कोई भी मसला है जो उन्होंने सरकार हल ना करना चाहती होवे जां किसी सिरे ना लाना चाहती होवे तो उन्होंने लटका दिता जाता है। बकायदा पहला गुरु ग्रंथ साहब का जिहड़ा सरूप सीगा ते वो जिहड़ा सी जवाहरवाला पिंड तो चोरी किए गए। उदों बाद बकायदा पोस्टर ला के चैलेंज किया गया कि जिहड़े तुसीं गुरु की गल करदे हो गुरु साडे कोले है ते हुण तुसीं कर लो जो करना। पंजाब के अंदर नफरत की राजनीति जिहड़ी है पैदा की जा रही है, टकराव की राजनीति पैदा की जा रही है तो पर असी कहते इनू कामयाब नहीं होने देंगे। हुण एक गल इहदे विचों पैदा हो रही है कि क्यों ये नफरत की राजनीति की गल की गवर्नर ही सब कुछ है कि सियासी पार्टियां का यही उन्होंने को मुद्दा रह गया क्योंकि तुसीं गवर्नर नूं डिफेंड करना है तो जिहड़ा इत्थों दा मुख मंत्री चुनिया हुआ नुमाइंदा है उहदी तुसीं लापा करनी। G20 का शेड्यूल है जो पहलों तो बनया होया तो जे ये कहते हैं जे रूमर नहीं भी जे सचमुच भी जे केंद्र ये कहते हैं कि पंजाब दे विच नहीं असीं होण देना ये एक वक्री गल हो सकती है। भावें अश्विनी कुमार शर्मा बोले, भावें प्रताप सिंह बाजवा बोले तो भावें कोई होर छोटा मोटा कांग्रेसी बोले, वो उही बोली बोलते हैं जिहड़ी बोली केंद्र दे विच प्रधानमंत्री बोलदा जां होर है। मैं समझदा कि ये सारियां गल्लां जिहड़ियां ने सिर्फ तो सिर्फ पार्टी नूं टारगेट करना ये कोई सूबे की सियासत वास्ते चंगा नहीं। भ्रिष्टाचार तो एक इहो जिहा आपां कह दईए कि एक दैंत है, एक ड्रैगन है जिन्हें पूरे देश नूं नहीं सगों दुनिया के बहुत सारे हिस्सों नूं अपने जिहड़ा हैगा जवाड़े दे विच जिहड़ा है फड़िया होया। पत्रकार लिए ये एनालिसिस करना औखा हो जाता है कि जे वो ये कहता कि नहीं मनीष सिसोदिया तो सही है उत्थे CBI गलत है फिर वो आपां ये नहीं कह सकते कि पंजाब दे वाले बंदे भी सही ने ते विजिलेंस गलत है। उन्होंने लगता भी जिहड़ा सब तो वध रौला पाएगा, जिहड़ा सब तो वध जिंदाबाद मुर्दाबाद करेगा वही सुर्खियां बटोरेगा। यानी उत्थे मुद्दों की बजाय कई बार दौड़ इदां नहीं लगता कि दौड़ इस गल ते लग रही होंदी है कि अगले दिन जां उस दिन इलैक्ट्रॉनिक मीडिया जां प्रिंट मीडिया कि असीं सुर्खियां किवें बटोरदे हैं। ਜਿਹੜਾ ਸੀ ਲੋਕਾਂ ਦੇ ਮੁੱਦੇ ਕੀ ਨੇ, ਅਸਲ ਡਿਊਟੀ CM ਦੀ ਕੀ ਹੈ, ਮੰਤਰੀਆਂ ਦੀ ਕੀ ਹੈ ਜਾਂ ਹੋਰ ਆ ਉਹ ਉਠਾਉਣ, ਮੀਡੀਆ ਉਠਾਵੇ ਉਹਨੂੰ, ਉਹਦੇ ਤੇ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਜਦੋਂ ਪਾਰਟਿਕੂਲਰ ਇਹ ਕਹਿੰਦੇ ਆ ਕਿ ਇਹਨੂੰ ਨਹੀਂ ਜਾਣ ਦਿੱਤਾ ਜੀ, ਇਹਨੂੰ ਰੋਕ ਲਿਆ ਜੀ, ਆ ਗੋਦੀ ਮੀਡੀਆ ਜੀ, ਆ ਫਲਾਣਾ ਮੀਡੀਆ ਜੀ ਜਾਂ ਹੋਰ ਹੈ, ਉਹ ਫਿਰ ਤੁਹਾਡੇ ਵਾਲੀ ਗੱਲ ਹੈ ਕਿ ਉਹ ਆਪਸ ਦੇ ਵਿੱਚ ਪੱਟ ਧਾੜ ਵਾਲੀ ਜਿਹੜੀ ਹੈ ਉਹ ਸਿਚੁਏਸ਼ਨ ਉੱਦਾਂ ਦੀ ਹੋ ਜਾਂਦੀ ਹੈ। ਵਾਰ ਸਤਵਾਰ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤਾ ਭਰ ਦੀਆਂ ਵੱਖ-ਵੱਖ ਖੇਤਰਾਂ ਦੀ ਸਰਗਰਮੀਆਂ ਚਾਹੇ ਰਾਜਸੀ ਹੈ ਤੇ ਚਾਹੇ ਗੈਰ ਰਾਜਸੀ ਹੈ ਉਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਔਰ ਯਤਨ ਕਰਦੇ ਹਾਂ ਕਿ ਆਪਣੇ ਦਰਸ਼ਕਾਂ ਤੱਕ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉਸ ਮੁੱਦੇ ਦੀ ਤਹਿ ਤੱਕ ਪਹੁੰਚਿਆ ਜਾਵੇ। ਜਦੋਂ ਆਪਾਂ ਇਸ ਮੁੱਦੇ ਤੇ ਚਰਚਾ ਕਰ ਰਹੇ ਹਾਂ ਤਾਂ ਅੱਜ ਸਾਡੇ ਨਾਲ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਪ੍ਰੀਤਮ ਰਪਾਲ ਨੇ। ਅਸੀਂ ਮੈਂ ਤੇ ਪ੍ਰੀਤਮ ਰਪਾਲ ਤੁਹਾਡੀ ਕਚਹਿਰੀ ਜਿਹੜੇ ਇਹਨਾਂ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੇ ਵੱਡੇ ਮੁੱਦਿਆਂ ਦੀ ਜਿੱਦਾਂ ਮੈਂ ਜ਼ਿਕਰ ਕੀਤਾ ਕਰਾਂਗੇ ਚਰਚਾ। ਸਭ ਤੋਂ ਪਹਿਲਾਂ ਪੰਜਾਬ ਦਾ ਇੱਕ ਅਹਿਮ ਮੁੱਦਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਕਹਿ ਸਕਦਾ ਹਾਂ ਕਿ ਵੱਡਾ ਭਾਵਿਕ ਤੇ ਬਹੁਤ ਅਹਿਮ ਮੁੱਦਾ ਹੈ, ਸੰਵੇਦਨਸ਼ੀਲ ਮੁੱਦਾ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ। ਆਪਾਂ ਗੱਲ ਕਰਦੇ ਹਾਂ ਕੋਟਕਪੂਰਾ ਗੋਲੀ ਕਾਂਡ ਦੀ। ਜਦੋਂ ਪਿੱਛੇ ਆਪਾਂ ਇਸ ਮੁੱਦੇ ਤੇ ਗੱਲ ਕੀਤੀ ਸੀ ਤਾਂ ਉਸ ਵੇਲੇ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨਾਲ ਜੁੜੇ ਕੁਝ ਹੋਰ ਆਗੂ ਉਹਨਾਂ ਦੇ ਲਈ ਚਾਰਜਸ਼ੀਟ ਜਿਹੜੀ ਹੈਗੀ ਹੈ ਭਗਵੰਤ ਮਾਨ ਸਰਕਾਰ ਵੱਲੋਂ ਦਾਖਲ ਕੀਤੀ ਗਈ ਤੇ ਹੁਣ ਇਸੇ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ਤੇ ਲੈ ਕੇ ਕੁਝ ਹੋਰ ਤੰਦਾਂ ਅੱਗੇ ਜਿਹੜੀਆਂ ਹੈਗੀਆਂ ਨਜ਼ਰ ਆ ਰਹੀਆਂ ਕਿ ਕਿਸ ਤਰੀਕੇ ਨਾਲ ਸਿਲਝੀ ਹੋਈ ਤਾਣੀ ਨੂੰ ਸੁਲਝਾਇਆ ਜਾ ਸਕਦਾ ਹੈ। ਜਿਨ੍ਹਾਂ 'ਚ ਉਸ ਵੇਲੇ ਦੀ ਜਿਹੜੀ ਸਰਕਾਰ ਹੈ ਉਹ ਸਰਕਾਰ ਨਾਲ ਜਿਹੜੇ ਸੀਨੀਅਰ ਅਧਿਕਾਰੀ ਹੈ ਜੁੜੇ ਹੋਏ, ਚਾਹੇ ਗਗਨਜੀਤ ਬਰਾੜ ਨੇ, ਚਾਹੇ ਸਾਬਕਾ ਪੁਲਿਸ ਅਧਿਕਾਰੀ ਨੇ, ਉਹਨਾਂ ਕੋਲੋਂ ਵੀ ਸੋਮਵਾਰ ਨੂੰ ਇਹਨਾਂ ਮਾਮਲਿਆਂ ਤੇ ਸਿੱਟ ਵੱਲੋਂ ਚੇਚੇ ਤੌਰ ਤੇ ਪੁੱਛਗਿੱਛ ਕੀਤੀ ਜਾਏਗੀ। ਦੂਜੇ ਪਾਸੇ ਚਾਹੇ ਬਾਈਬਲ ਕਲਾਂ ਗੋਲੀ ਕਾਂਡ ਦੀ ਗੱਲ ਕਰ ਲਈਏ, ਚਾਹੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਇਹਨਾਂ ਮਾਮਲਿਆਂ ਨੂੰ ਲੈ ਕੇ ਸਾਰੀਆਂ ਵੱਖ-ਵੱਖ ਜਿਹੜੀਆਂ ਧਾਰਮਿਕ ਸਮਾਜਿਕ ਧਿਰਾਂ ਉਹਨਾਂ ਵੱਲੋਂ ਲਗਾਤਾਰ ਸਰਕਾਰ ਦੇ ਉੱਤੇ ਇੱਕ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਉਂ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਇੱਕ ਦਿਨ ਪਹਿਲਾਂ ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਇਸੇ ਤਰੀਕੇ ਨਾਲ ਧਾਲੀਵਾਲ ਦੇ ਨਾਲ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਜਿਹੜੇ ਕਿ ਉਸ ਇਲਾਕੇ ਨਾਲ ਸੰਬੰਧ ਵੀ ਰੱਖਦੇ ਹੈ, ਉਹਨਾਂ ਵੱਲੋਂ ਮੌਕੇ ਤੇ ਜਾ ਕੇ ਬਾਈਬਲ ਕਰਨਾ ਜਿਹੜਾ ਮੋਰਚਾ ਚੱਲ ਰਿਹਾ ਹੈ, ਉੱਥੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿੱਤਾ ਗਿਆ ਕਿ ਛੇਤੀ ਇਸ ਮੁੱਦੇ ਤੇ 2-4 ਦਿਨ ਅਗਲਿਆਂ 'ਚ ਕਾਰਵਾਈ ਹੋਏਗੀ। ਵੱਡਾ ਤੇ ਅਹਿਮ ਮਾਮਲਾ ਹੈ। ਪ੍ਰੀਤਮਪਾਲ, ਜਦੋਂ ਇਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਦੇਖੋ ਪਿਛਲੇ ਕਈ ਸਾਲਾਂ ਤੋਂ ਜਿੱਦਾਂ ਮੈਂ ਕਿਹਾ ਕਿ ਮਾਮਲਾ ਕਾਫੀ ਉਲਝਿਆ ਹੋਇਆ ਹੈ। ਲੱਗਦਾ ਕਿ ਜਿੱਦਾਂ ਭਗਵੰਤ ਮਾਨ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਤੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ, ਕਿਸੇ ਗੱਲ ਤਣ ਪਤਣ ਇੱਕ ਹਿੱਸੇ ਦੀ ਲੱਗਦੀ ਨਜ਼ਰ ਆ ਰਹੀ ਹੈ। ਸਿੱਧੂ ਸਾਹਿਬ, ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤੁਸੀਂ ਖੁਦ ਹੀ ਇਹਦੀ ਜਦੋਂ ਸਾਰੀ ਭੂਮਿਕਾ ਦੇ ਵਿੱਚ ਦੱਸਿਆ ਹੀ ਹੈ ਕਿ ਇਹ ਮਸਲਾ ਬਹੁਤ ਹੀ ਗੰਭੀਰ, ਬੜੇ ਹੀ ਸੰਵੇਦਨਸ਼ੀਲ ਤੇ ਇੱਕ ਲਟਕਿਆ ਹੋਇਆ ਮਸਲਾ ਹੈ ਜੀ। ਤੇ ਅਕਸਰ ਹੁਣ ਤੱਕ ਆਪਾਂ ਦੇਖਦੇ ਹਾਂ ਜਦੋਂ ਤੋਂ ਸਾਨੂੰ ਸਮਝ ਆਈ ਹੈ ਰਾਜਨੀਤੀ ਦੀ ਜਾਂ ਆਪਾਂ ਭਾਰਤੀ ਰਾਜਨੀਤੀ ਦੇ ਵਿੱਚ ਕਿ ਕੋਈ ਵੀ ਮਸਲਾ ਹੈ ਜਦੋਂ ਉਹਨੂੰ ਸਰਕਾਰ ਹੱਲ ਨਾ ਕਰਨਾ ਚਾਹੁੰਦੀ ਹੋਵੇ ਜਾਂ ਕਿਸੇ ਸਿਰੇ ਨਾ ਲਾਉਣਾ ਚਾਹੁੰਦੀ ਹੋਵੇ ਤਾਂ ਉਹਨੂੰ ਲਟਕਾ ਦਿੱਤਾ ਜਾਂਦਾ ਹੈ। ਤੇ ਕਿਉਂਕਿ ਲੋਕ ਭੁੱਲ ਭੁਲਾ ਜਾਂਦੇ ਆ, ਹੋਰ ਨਵੇਂ ਮਸਲੇ ਪੈਦਾ ਹੋ ਜਾਂਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਮਾਮਲਾ ਹੋਇਆ, ਕਿਉਂਕਿ ਹਰੇਕ ਸਰਕਾਰ ਭਾਵੇਂ ਇਹ ਘਟਨਾ ਜਿਹੜੀ ਸੀ ਇਹ ਉਦੋਂ ਵਾਪਰੀ ਜਦੋਂ ਇੱਥੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ। ਉਦੋਂ ਬਾਅਦ ਕਾਂਗਰਸ ਨੇ ਇਸ ਮੁੱਦੇ ਨੂੰ ਚੱਕਿਆ, ਆਪਣਾ ਚੋਣ ਮੁੱਦਾ ਬਣਾਇਆ ਕਿ ਬੇਅਦਬੀ ਦਾ ਕਾਂਡ ਬਹੁਤ ਵੱਡਾ ਮਾਮਲਾ ਹੈ ਤੇ ਅਸੀਂ ਦੂਜੇ ਦਿਨ ਹੀ ਜਿਹੜਾ ਹੈ ਇਹਨੂੰ ਹੱਲ ਕਰ ਦਿਆਂਗੇ। ਤੇ ਹੋਰ ਇਹਦੇ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਦੋਂ ਅਗਵਾਈ ਕਰ ਰਹੇ ਸੀ ਕਾਂਗਰਸ ਦੀ। ਤੇ 5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੀ ਲੰਘ ਗਏ। ਉਸ ਦੇ ਦੌਰਾਨ ਕਮਿਸ਼ਨ ਵੀ ਬਣੇ, SIT ਵੀ ਬਣੀਆਂ, ਹਾਈ ਕੋਰਟ ਤੱਕ ਜਿਹੜਾ ਹੈ ਇਹ ਮਾਮਲਾ ਗਿਆ ਤੇ ਪਰ ਫਿਰ ਵੀ ਕਿਸੇ ਤਣ ਪੱਤਣ ਨਹੀਂ ਲੱਗਿਆ। ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਹੀ ਜਿਹੜਾ ਸੀ ਆਪਣਾ ਚੋਣ ਮੁੱਦਿਆਂ ਦੇ ਵਿੱਚ ਸ਼ਾਮਲ ਕੀਤਾ ਇਸ ਮਾਮਲੇ ਨੂੰ ਕਿ ਬੇਅਦਬੀ ਦਾ ਜਿਹੜਾ ਮਾਮਲਾ ਹੈ ਬੜਾ ਗੰਭੀਰ ਹੈ, ਅਸੀਂ ਇਹਨੂੰ ਜਿਹੜਾ ਹੈਗਾ ਸਿਰੇ ਲਾਵਾਂਗੇ। ਕਿਉਂਕਿ ਇਹਦੇ ਪੈਰਲਲ ਜਿਹੜਾ ਇੱਕ ਨਾਲ ਇੱਕ ਮੋਰਚਾ ਕਦੇ ਸ਼ੁਰੂ ਹੋ ਗਿਆ, ਕਦੇ ਠੰਡਾ ਹੋ ਗਿਆ, ਕਦੇ ਫੇਰ ਤੇਜ਼ ਹੋ ਗਿਆ, ਉਹ ਚੱਲ ਰਿਹਾ ਸੀ ਜੋ ਧਿਆਨ ਖਿੱਚਦਾ ਸੀ ਇਸ ਮੁੱਦੇ ਵੱਲ। ਇੱਕ ਗੱਲ ਤਾਂ ਸਿੱਧੂ ਸਾਹਿਬ ਇਹ ਸਾਫ਼ ਹੈ ਕਿ ਭਾਵੇਂ ਧਾਰਮਿਕ ਗ੍ਰੰਥ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਣ, ਉਹ ਇੱਕ ਮੁਕੱਦਸ ਗ੍ਰੰਥ ਨੇ, ਪਵਿੱਤਰ ਗ੍ਰੰਥ ਨੇ, ਉਹਨਾਂ ਦੀ ਇੱਜ਼ਤ ਕਰਨਾ ਜਾਂ ਹਰੇਕ ਨਾਗਰਿਕ ਦਾ ਫਰਜ਼ ਬਣਦਾ। ਸਾਡੇ ਇਸ ਤੋਂ ਮੰਦਭਾਗੀ ਘਟਨਾ ਹੋ ਨਹੀਂ ਸਕਦੀ। ਸਾਡੇ ਸੰਵਿਧਾਨ ਦੇ ਵਿੱਚ ਬਿਲਕੁਲ ਸਾਫ਼ ਲਿਖਿਆ ਹੋਇਆ ਇਹ ਗੱਲਾਂ। ਤੇ ਪਰ ਇਹਦੇ ਬਾਵਜੂਦ ਇੱਕ ਸਾਜ਼ਿਸ਼ ਦੇ ਤਹਿਤ ਬਾਕਾਇਦਾ ਜਿਹੜਾ ਹੈ ਇੱਦਾਂ ਦੀਆਂ ਘਟਨਾਵਾਂ ਵਾਪਰਨੀਆਂ। ਫਿਰ ਇੱਦਾਂ ਨਹੀਂ, ਇੱਕ ਮਤਲਬ ਕਿ ਇੱਕ ਸੀਰੀਅਲ ਜਿਹੜਾ ਸੀ ਉਹ ਇਹ ਜਿਹੜਾ ਸੀ ਇੱਕ ਐਪੀਸੋਡ ਚੱਲਿਆ। ਇਹ ਨਹੀਂਗਾ ਕਿ ਅਚਾਨਕ ਕੋਈ ਘਟਨਾ ਵਾਪਰ ਗਈ ਜੀ, ਕਿਸੇ ਨੇ ਇਮੋਸ਼ਨਲ ਹੋ ਕੇ ਜਾਂ ਇੱਦਾਂ ਦੀ ਗੱਲ ਹੋ ਗਈ, ਬੇਅਦਬੀ ਹੋ ਗਈ ਜਾਂ ਗਲਤੀ ਨਾਲ ਹੋ ਗਈ। ਬਾਕਾਇਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਸੀਗਾ ਤੇ ਉਹ ਜਿਹੜਾ ਸੀ ਜਵਾਰਵਾਲਾ ਪਿੰਡ ਤੋਂ ਵਿੱਚੋਂ ਚੋਰੀ ਕੀਤੇ ਗਏ। ਉਦੋਂ ਬਾਅਦ ਬਾਕਾਇਦਾ ਪੋਸਟਰ ਲਾ ਕੇ ਚੈਲੰਜ ਕੀਤਾ ਗਿਆ ਕਿ ਜਿਹੜੇ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਗੁਰੂ ਸਾਡੇ ਕੋਲੇ ਹੈ ਤੇ ਹੁਣ ਤੁਸੀਂ ਕਰ ਲਓ ਜੋ ਕਰਨਾ। ਤੇ ਉਸ ਤੋਂ ਬਾਅਦ ਫਿਰ ਬਰਗਾੜੀ ਦੇ ਵਿੱਚ ਜਿਹੜੇ ਉਹਦੇ ਅੰਗ ਸੀ ਉਹ ਖਿਲਾਰੇ ਗਏ। ਤੇ ਇਹ ਜਿਹੜੀ ਇੰਨੀ ਵੱਡੀ ਸਾਜ਼ਿਸ਼ ਹੈ, ਇਹ ਤਾਂ ਹਾਲਾਂਕਿ ਉਦੋਂ ਦੀ ਮੌਕੇ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਇੰਨੀ ਵੱਡੀ ਕਨਸਪੀਰੇਸੀ ਨੂੰ ਉਸੇ ਵੇਲੇ ਜਿਹੜਾ ਹੈ ਇਹ ਸਾਹਮਣੇ ਲਿਆਂਦਾ ਜਾਂਦਾ ਕਿ ਇਹਦੇ ਪਿੱਛੇ ਕੌਣ ਲੋਕ ਨੇ, ਕੀ ਕੋਈ ਫਿਰਕਾ ਸ਼ਾਮਲ ਹੈ, ਕੀ ਕੋਈ ਜਿਹੜੀ ਸੀ ਕੋਈ ਇੱਦਾਂ ਦੀ ਜਥੇਬੰਦੀ ਜਾਂ ਕੋਈ ਇੱਦਾਂ ਦੇ ਲੋਕ ਸ਼ਾਮਲ ਨੇ ਜਿਹੜੇ ਇਹਦੇ 'ਚੋਂ ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਤੇ ਜਾਂ ਸਮਾਜ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ ਦੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ। ਪਰ ਨਹੀਂ ਹੋਇਆ। ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ। ਜਦੋਂ ਇਹਦੇ ਰਿਐਕਸ਼ਨ ਦੇ ਵਿੱਚ 2 ਥਾਂ ਤੇ ਹੋਰ ਕਾਰਵਾਈ ਹੋ ਗਈ, ਕੋਟਕਪੂਰਾ ਤੇ ਬਾਈਬਲ ਕਲਾਂ ਦੇ ਵਿੱਚ ਜਦੋਂ ਇਹਦੇ ਰਿਐਕਸ਼ਨ ਦੇ ਵਿੱਚ ਧਰਨਾ ਦਿੱਤਾ, ਪੁਲਿਸ ਨੇ ਉਸ ਪਾਸੇ ਤੁਰਨ ਦੀ ਬਜਾਏ ਸਗੋਂ ਜਿਹੜੇ ਲੋਕ ਧਰਨਾ ਦੇ ਰਹੇ ਸੀ ਪੁਰਅਮਨ ਤਰੀਕੇ ਦੇ ਨਾਲ ਉਹਨਾਂ ਤੇ ਗੋਲੀਆਂ ਚਲਾਤੀਆਂ। ਤੇ ਬਾਈਬਲ ਕਲਾਂ ਦੇ ਵਿੱਚ ਤਾਂ ਸਾਡੇ ਸਾਹਮਣੇ ਹੈ ਕਿ ਜਿੱਦਾਂ ਆਪਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਦੇਖੋ ਪੁਲਿਸ ਨੇ ਗੋਲੀਆਂ ਚਲਾਈਆਂ, 2 ਸਿੰਘ ਜਿਹੜੇ ਹੈਗੇ ਉਸ ਮਾਮਲੇ ਸ਼ਹੀਦ ਵੀ ਹੋਏ ਤੇ ਇਨਸਾਫ ਦੀ ਗੱਲ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਲੈ ਕੇ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਵੱਖਰੇ ਤੌਰ ਤੇ ਇੱਕ ਇਸ਼ੂ, ਬਹੁਤ ਵੱਡਾ ਇਸ਼ੂ ਹੈ ਹੀ ਹੈ। ਤੇ ਨਾਲ ਜਦੋਂ ਆਪਾਂ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵੀ ਲਗਾਤਾਰ ਜਿਸ ਤਰੀਕੇ ਨਾਲ ਧਰਨੇ ਦਿੱਤੇ ਜਾ ਰਹੇ ਆ, ਜਿੱਦਾਂ ਤੁਸੀਂ ਕਹੀ ਹੈ ਇਹ ਗੱਲ ਕਿ ਵੀ ਕਦੇ ਧਰਨੇ ਜਿਹੜੇ ਜ਼ਿਆਦਾ ਤੇਜ਼ ਸਰਗਰਮੀ ਨਾਲ ਚਲਾਏ ਜਾਂਦੇ ਆ, ਕਦੇ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਹੇਠਾਂ ਸਰਗਰਮੀ ਉਹਨਾਂ ਦੀਆਂ ਮੱਧਮ ਪੈ ਜਾਂਦੀਆਂ। ਇਸ ਦੇ ਬਾਵਜੂਦ ਕਿਧਰੇ ਇੱਕ ਗੱਲ ਤਾਂ ਸਰਕਾਰਾਂ ਦੇ ਸਿਰ 'ਤੇ ਬਣੀ ਵੀ ਹੈ ਕਿ ਜਦ ਤੱਕ ਇਸ ਮੁੱਦੇ 'ਤੇ ਨਿਆਂ ਤੇ ਇਨਸਾਫ ਨਹੀਂ ਮਿਲੇਗਾ ਤਾਂ ਇੱਦਾਂ ਖਹਿੜਾ ਨਹੀਂ ਛਡਾਇਆ ਜਾ ਸਕਦਾ। ਜਿੱਦਾਂ ਪਹਿਲੀਆਂ ਸਰਕਾਰਾਂ ਨੇ ਦੇਖੋ ਵਾਅਦਾ ਕੀਤਾ, ਚਾਹੇ ਲਿਪਾ ਪੋਚੀ ਦੀ ਆਪਾਂ ਗੱਲ ਕਰ ਲਈਏ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਸ ਵੇਲੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਔਰ ਉਹਨਾਂ ਨੇ ਜਿੱਦਾਂ ਇਹਨਾਂ ਦੇ ਉੱਤੇ ਇਹਨਾਂ ਦੇ ਘਟਨਾਕ੍ਰਮ 'ਤੇ ਸਾਰੇ ਦੇ ਲਿਪਾ ਪੋਚੀ ਕਰਨ ਦਾ ਯਤਨ ਕੀਤਾ। ਬੇਸ਼ੱਕ ਸਿੱਟ ਵੀ ਬਣੀ, ਕਮਿਸ਼ਨ ਵੀ ਬਣਿਆ, ਪਰ ਗੱਲ ਕਿਸੇ ਸਿਰੇ ਲੱਗਦੀ ਨਾ ਹੀ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ, ਨਾ ਹੀ ਕੋਈ ਗੱਲ ਕਿਸੇ ਸਿਰੇ ਲਾਈ। ਤਾਂ ਪੰਜਾਬੀ ਕੀ ਕਰ ਸਕਦੇ ਸੀ? ਪੰਜਾਬੀਆਂ ਨੇ ਜਿਹੜਾ ਹੈਗਾ ਅਕਾਲੀ ਦਲ ਨੂੰ ਜਿਹੜਾ ਇਲੈਕਸ਼ਨ ਆਈਆਂ
ਤਾਂ ਹਾਸ਼ੀਏ ਤੇ ਤੱਕ ਥਾ। ਜਿੱਦਾਂ ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਪਾਰੀ ਆਈ, ਉਸ ਤੋਂ ਬਾਅਦ ਉਹ ਥੋੜ੍ਹੀ ਦੇਰ ਲਈ ਚੰਨੀ ਵੀ ਆਇਆ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ। ਇੱਕ ਗੱਲ ਤਾਂ ਪ੍ਰੀਤਮਪਾਲ, ਇਹ ਗੱਲ ਹੈ ਕਿ ਨਹੀਂ ਹੈ ਕਿ ਚਾਹੇ ਸਰਕਾਰਾਂ ਲੋਕਾਂ ਦੇ ਅੱਖਾਂ 'ਚ ਇਕੱਠਾ ਪਾਉਣ, ਜੋ ਮਰਜ਼ੀ ਕਰਨ, ਪਰ ਇਹਦੇ ਬਾਵਜੂਦ ਵੀ ਜਦ ਤੱਕ ਇਸ ਮੁੱਦੇ ਤੇ ਨਿਆਂ ਤੇ ਇਨਸਾਫ ਨਹੀਂ ਮਿਲੇਗਾ, ਲੱਗਦਾ ਨਹੀਂ ਕਿ ਇਸ ਮਾਮਲੇ ਤੋਂ ਐਦਾਂ ਪੱਲਾ ਨਹੀਂ ਝਾੜਿਆ ਜਾ ਸਕਦਾ। ਬਹੁਤ ਵੱਡਾ ਮੁੱਦਾ ਹੈ। ਭਗਵੰਤ ਮਾਨ ਸਰਕਾਰ ਨੂੰ ਕਿਤੇ ਲੱਗਦਾ ਇਸ ਮਾਮਲੇ ਦੀ, ਕਿਉਂਕਿ ਖਾਸ ਤੌਰ ਜਦੋਂ ਆਪਾਂ ਕਰਤਾਰ ਸੰਧਵਾਂ ਦੀ ਗੱਲ ਕਰਦੇ ਹਾਂ, ਉਹਨਾਂ ਜਾ ਕੇ ਜਦੋਂ ਦੇਖੋ, ਜਦੋਂ ਕੋਈ ਵਿਅਕਤੀ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਹਾਜ਼ਰੀ 'ਚ ਜਾ ਕੇ ਉੱਥੇ ਨਤਮਸਤਕ ਹੁੰਦਾ ਹੈ ਔਰ ਇਹ ਵਾਅਦਾ ਕਰਦਾ ਇਸ ਮੁੱਦੇ 'ਤੇ ਕਿ ਵੀ ਮੈਂ ਇਸ ਮਾਮਲੇ 'ਚ ਪਿੱਛੇ ਨਹੀਂ ਹਟਾਂਗਾ, ਕਿਤੇ ਨਾ ਕਿਤੇ ਉਹ ਆਪਣੇ ਗੁਰੂ ਅੱਗੇ, ਆਪਣੀ ਸੰਗਤ ਅੱਗੇ ਤੇ ਪੰਗਤ ਅੱਗੇ ਜਵਾਬਦੇਹ ਤਾਂ ਹੈ ਹੀ ਹੈ। ਕਿਤੇ ਨਜ਼ਰ ਆਉਂਦਾ ਹੈ ਕਿ ਬਾਕੀ ਦੀਆਂ ਸਰਕਾਰਾਂ, ਅਮਰਿੰਦਰ ਦੀ ਸਰਕਾਰ, ਬਾਦਲ ਦੀ ਸਰਕਾਰ, ਚੰਨੀ ਦੀ ਸਰਕਾਰ, ਜਿਹੜੀ ਮੌਜੂਦਾ ਸਰਕਾਰ ਆਈ ਹੈ, ਕਿਧਰੇ ਨਾ ਕਿਧਰੇ ਲੱਗਦਾ ਕਿ ਇਹਨਾਂ ਨੂੰ ਵੀ ਸਾਨੂੰ ਇਸ ਮਾਮਲੇ 'ਤੇ ਜਵਾਬਦੇਹੀ ਤਾਂ ਬਣਦੀ ਹੈ, ਸਾਨੂੰ ਕਾਰਵਾਈ ਤਾਂ ਕਰਨੀ ਪਏਗੀ। ਜੇ ਨਹੀਂ ਕਾਰਵਾਈ ਕਰਾਂਗੇ ਤਾਂ ਅਸੀਂ ਵੀ ਉਸੇ ਕਟਹਿਰੇ 'ਚ ਖੜਾ ਹੋ ਜਾਵਾਂਗੇ ਜਾਂ ਉਸੇ ਖਾਈ 'ਚ ਡਿੱਗਾਂਗੇ। ਤੁਹਾਨੂੰ ਯਾਦ ਹੋਣਾ ਵੀ ਕਿ ਜਦੋਂ ਵਿਧਾਨ ਸਭਾ 'ਚ ਮਾਮਲਾ ਆਇਆ ਸੀ ਤਾਂ ਕਿੱਦਾਂ ਚੰਨੀ ਹੋਣੀ, ਇੱਦਾਂ ਹੀ ਜਿਹੜਾ ਹੈਗਾ ਨਵਜੋਤ ਸਿੱਧੂ ਹੋਣੀ ਝੋਲੀਆਂ ਡੱਡ ਕੇ ਕਹਿੰਦੇ ਸੀ ਅਮਰਿੰਦਰ ਨੂੰ ਕਿ ਜੇ ਆਪਾਂ ਨਾ ਕੁਝ ਕਰਿਆ, ਜਿਹੜੀ ਖਾਈ 'ਚ ਪ੍ਰਕਾਸ਼ ਸਿੰਘ ਬਾਦਲ ਹੋਣੀ ਡਿੱਗਿਆ, ਉਸੇ ਖਾਈ 'ਚ ਆਪਾਂ ਵੀ ਡਿੱਗਾਂਗੇ। ਇਹ ਗੱਲ ਕਿਧਰੇ ਲੱਗਦਾ ਕਿ ਭਗਵੰਤ ਮਾਨ ਉਹਨਾਂ ਨੂੰ ਚੇਤੇ ਹੈਗੀ ਹੈ ਕਿ ਜੇ ਅਸੀਂ ਨਹੀਂ ਕਰਾਂਗੇ ਤੇ ਖਾਈ ਸਾਡੇ ਲਈ ਵੀ ਉਸੇ ਤਰ੍ਹਾਂ ਦੀ ਤਿਆਰ ਹੋ ਸਕਦੀ ਹੈ। ਦੇਖੋ ਜਗਤਾਰ ਜੀ, ਇੱਕ ਗੱਲ ਤਾਂ ਪੰਜਾਬੀਆਂ ਬਾਰੇ ਅਕਸਰ ਕਹੀ ਜਾਂਦੀ ਹੈ ਜੀ ਕਿ ਇਹ ਬਹੁਤ ਛੇਤੀ ਭੁੱਲ ਜਾਂਦੇ ਆ ਘਟਨਾਵਾਂ ਨੂੰ। ਭਾਵੇਂ 47 ਦਾ ਸੰਤਾਪ ਸੀ, ਭਾਵੇਂ ਉਦੋਂ ਬਾਅਦ ਹੋਰ ਘਟਨਾਵਾਂ ਹੋਈਆਂ, ਪੰਜਾਬੀ ਸੂਬੇ ਵੇਲੇ ਘਟਨਾਵਾਂ ਹੋਈਆਂ, ਫਿਰ ਉਸ ਤੋਂ ਬਾਅਦ 84 ਦਾ ਸੰਤਾਪ ਆਇਆ। ਤੇ ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਇਹ ਬਰਗਾੜੀ ਵਾਲਾ ਕਾਂਡ ਹੋਇਆ ਜਾਂ ਇਹਦੇ ਤੇ ਇੱਕ ਤਾਂ ਕਾਰਨ ਹੈ ਨਾ ਕਿ ਸਾਰੇ ਲੋਕਾਂ ਦੀਆਂ ਕਿਤੇ ਨਾ ਕਿਤੇ ਜਿਹੜੀਆਂ ਭਾਵਨਾਵਾਂ ਇਸ ਗੱਲ ਨਾਲ ਜੁੜੀਆਂ ਹੋਈਆਂ। ਤੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਸਿਰਫ ਇਸ ਕਰਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸਿੱਖਾਂ ਦੇ ਜਿਹੜੇ ਮੁਕੱਦਸ ਗ੍ਰੰਥ ਨੇ ਜਾਂ ਸ਼ਬਦ ਗੁਰੂ ਦਾ ਉਹਨਾਂ ਨੂੰ ਦਰਜਾ ਹੈ, ਇਸ ਕਰਕੇ ਵੀ ਨਹੀਂ, ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਵੈਸੇ ਹੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਮੁਕਾਮ ਹੈ, ਜਿਹੜਾ ਦਰਜਾ, ਉਹ ਇੰਨਾ ਉੱਚਾ ਹੈ। ਕੋਈ ਵੀ ਭਾਵੇਂ ਧਰਮ ਦਾ ਬੰਦਾ ਹੈ, ਕਿਸੇ ਵੀ ਫਿਰਕੇ ਦੇ ਨਾਲ ਸੰਬੰਧਿਤ ਹੈ, ਤੇ ਉਹ ਜਿਹੜਾ ਹੈ ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ। ਇੱਕ ਇਹ ਵੀ ਜਿਹੜਾ ਹੈਗਾ, ਮੈਂ ਸਮਝਦਾ ਕਿ ਇੱਕ ਵੱਡਾ ਕਾਰਨ ਹੈ ਕਿ ਦੇਖੋ, ਭਾਵਨਾਵਾਂ ਬਣਾਈਆਂ ਵੀ ਜਾਂਦੀਆਂ, ਭਾਵਨਾਵਾਂ ਭੜਕਾਈਆਂ ਵੀ ਜਾਂਦੀਆਂ, ਭਾਵਨਾਵਾਂ ਸ਼ਾਂਤ ਵੀ ਕੀਤੀਆਂ ਜਾਂਦੀਆਂ ਨੇ। ਪਰ ਇਸ ਮੁੱਦੇ ਤੇ ਜਿੱਦਾਂ ਤੁਸੀਂ ਇੱਕ ਪੂਰੀ ਤੁਸੀਂ ਕਰੋਨੋਲੋਜੀ ਦੱਸ ਹੀ ਦਿੱਤੀ ਹੈ ਕਿ ਪਹਿਲਾਂ ਬਾਦਲਾਂ ਨੂੰ ਜਾਂ ਅਕਾਲੀ ਦਲ ਨੂੰ ਸਬਕ ਸਿਖਾਇਆ, ਦੂਜੀ ਵਾਰ ਫਿਰ ਸਬਕ ਸਿਖਾਇਆ ਇਸ ਮੁੱਦੇ ਤੇ, ਫਿਰ ਕਾਂਗਰਸ ਨੂੰ ਵੀ ਸਬਕ ਸਿਖਾਇਆ। ਤੇ ਹੁਣ ਜਿਹੜੀ ਸਰਕਾਰ ਹੈ ਇਸ ਵੇਲੇ, ਹਾਲਾਂਕਿ ਭਾਵੇਂ ਇਸ ਸਰਕਾਰ ਦੇ ਦਰਪੇਸ਼ ਹੋਰ ਬਹੁਤ ਸਾਰੇ ਮੁੱਦੇ ਨੇ, ਵਿਰੋਧੀ ਧਿਰਾਂ ਘੇਰਨ ਦੀ ਕੋਸ਼ਿਸ਼ ਕਰਦੀਆਂ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਗੱਲ ਨੂੰ, ਇਸ ਸਰਕਾਰ ਨੂੰ ਇੰਨੀ ਕੁ ਗੱਲ ਦੀ ਤਾਂ ਸਮਝ ਆ ਗਈ ਹੈ ਨਾ ਕਿ ਜੇ ਅਸੀਂ ਇੱਥੋਂ ਕਿਸੇ ਜਿਹੜਾ ਹੈਗਾ ਕੋਈ ਸਿਰੇ ਗੱਲ ਨਾ ਲਾਈ, ਜਿੱਦਾਂ ਤੁਸੀਂ ਕਿਹਾ ਹੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਜਿਹੜੇ ਮਸਲੇ ਆ ਉਹ ਨਿਬੇੜਨੇ ਔਖੇ ਹੋ ਜਾਣਗੇ। ਕਿਉਂਕਿ ਜਿਹੜੇ ਮਸਲੇ ਬਾਅਦ ਦੇ ਵਿੱਚ ਆਏ ਆ ਜਾਂ ਉੱਭਰ ਕੇ ਆਏ ਨੇ, ਹੋਰ ਘਟਨਾਵਾਂ ਵਾਪਰ ਗਈਆਂ, ਠੀਕ ਆ, ਉਹਨਾਂ ਦੇ ਕੋਈ ਇਮੀਡੀਏਟ ਉਹਦੀ ਰੈਮਡੀ ਜਿਹੜੀ ਹੈਗੀ, ਇਲਾਜ ਕੋਈ ਹੋ ਸਕਦਾ। ਪਰ ਇਹ ਕਿਉਂਕਿ ਇੱਕ ਨਸੂਰ ਬਣ ਗਈ ਹੈ ਇਹ ਗੱਲ, ਜਿਹੜੀ ਇੰਨੇ ਲੰਬੇ ਸਮੇਂ ਤੋਂ ਜਿਹੜੀ ਇਹਦਾ ਹੱਲ ਜਿਹੜਾ ਪਹਿਲਾਂ ਕਰਨਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਇਸ ਤੋਂ ਬਗੈਰ ਕੋਈ ਸ਼ਾਇਦ ਮੈਨੂੰ ਲੱਗਦਾ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਗੱਲ ਸਮਝ ਪੈ ਗਈ ਹੈ। ਦੇਖੋ, ਪੋਲੀਟੀਕਲ ਲੋਕਾਂ ਦਾ ਤਾਂ ਉਹੀ ਰਵੱਈਆ ਰਹਿਣਾ ਹੈ, ਉਹੀ ਖਾਸਾ ਹੈ, ਸਿਆਸੀ ਪਾਰਟੀਆਂ ਦਾ ਉਹੀ ਖਾਸਾ ਸਾਰੀਆਂ ਦਾ। ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਦੂਜਿਆਂ ਨਾਲੋਂ ਕੋਈ ਬਹੁਤੀ ਵੱਖਰੀ ਹੈ, ਪਰ ਹੁਣ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਇਹ ਗੱਲ। ਤੇ ਕਿਉਂਕਿ ਦੂਜੀਆਂ ਪਾਰਟੀਆਂ ਨੇ ਕੀ ਕਹਿਣਾ, ਜੇ ਹੁਣ ਜਿੱਦਾਂ ਤੁਸੀਂ ਖੁਦ ਦੱਸਿਆ, ਕੋਟਕਪੂਰਾ ਦੇ ਵਿੱਚ ਜਿਹੜੀ ਚਾਰਜਸ਼ੀਟ ਹੋਈ ਹੈ, ਉਹਦੇ 'ਚ ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਹੋਰਾਂ ਨੂੰ ਵੀ ਜਿਹੜਾ ਹੈਗਾ ਸ਼ਾਮਿਲ ਉਸ ਚਾਰਜਸ਼ੀਟ 'ਚ ਕੀਤਾ ਜਾਂ ਹੋਰ ਹੈ, ਉਹ ਕੀ ਕਹਿਣਗੇ ਵੀ ਸਿਆਸੀ ਕਿਹੜਾ। ਇਹੀ ਜਵਾਬ ਆ ਨਾ ਜੀ, ਜਿਹੜੀਆਂ ਸਿਆਸੀ ਪਾਰਟੀਆਂ ਦਾ ਇਹ ਹੁੰਦਾ ਵੀ ਵਿਰੋਧ ਦੇ ਵਿੱਚ ਹੁਣ ਸਾਡੇ ਨਾਲ ਸਿਆਸੀ ਕਿਹੜਾ ਕੱਢ ਰਹੇ ਆ। ਪਰ ਮੈਨੂੰ ਇਹ ਲੱਗਦਾ ਕਿ ਜੇ ਉਸ ਵੇਲੇ ਇਹਦਾ ਹੱਲ ਕੀਤਾ ਜਾਂਦਾ, ਉਸ ਵੇਲੇ ਹੀ ਜਿਹੜਾ ਹੈ ਬਾਦਲ ਸਾਹਿਬ ਦੀ ਸਰਕਾਰ ਸੀ, ਜਿਹੜੀ ਪੁਲਿਸ ਦੀ ਗੋਲੀ ਚੱਲੀ ਜਾਂ ਜਿਹੜਾ ਲਾਠੀ ਚਾਰਜ ਜਿਹੜੇ ਉਸ ਇਨਸਾਫ ਦੀ ਮੰਗ ਕਰ ਰਹੇ ਸੀ ਉਹਨਾਂ ਲੋਕਾਂ ਤੇ ਹੋਇਆ, ਜੇ ਉਹੀ ਜਿਹੜੀ ਗੱਲ ਕਾਨੂੰਨ ਉਸ ਪਾਸੇ ਨੂੰ ਮੁੜਦਾ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ, ਤੇ ਉਹ ਤਾਂ ਸ਼ਰੇਆਮ ਕਹਿ ਰਹੇ ਨੇ ਜਿਹੜਾ ਹੈਗਾ। ਪ੍ਰੀਤਮਪਾਲ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਜੇ ਉਸ ਵੇਲੇ ਇਹਦਾ ਫੈਸਲਾ ਲਿਆ ਜਾਂਦਾ ਤਾਂ ਇਹ ਸਥਿਤੀ ਸ਼ਾਇਦ ਇਦਾਂ ਦੀ ਨਾ ਹੁੰਦੀ। ਅਸੀਂ ਦਰਸ਼ਕਾਂ ਦੇ ਧਿਆਨ 'ਚ ਜਿੱਦਾਂ ਦੀਆਂ ਸਥਿਤੀਆਂ ਪ੍ਰੀਤਮਪਾਲ ਹੋਣਾ ਨੂੰ ਵੀ ਇਸ ਮੁੱਦੇ ਤੇ ਜ਼ਿਕਰ ਕਰ ਰਹੇ। ਦੇਖੋ, ਜੇ ਆਪਾਂ ਇੱਕ ਦਿਨ ਪਹਿਲਾਂ ਦੀ ਗੱਲ ਕਰਦੇ ਤਾਂ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਇੱਕ ਗੱਲ ਚੇਚੇ ਤੌਰ ਤੇ ਕਹੀ ਹੈ ਕਿ ਪੰਜਾਬ ਦੇ ਅੰਦਰ ਨਫ਼ਰਤ ਦੀ ਰਾਜਨੀਤੀ ਜਿਹੜੀ ਹੈਗੀ ਹੈ ਪੈਦਾ ਕੀਤੀ ਜਾ ਰਹੀ ਹੈ, ਟਕਰਾਅ ਦੀ ਰਾਜਨੀਤੀ ਪੈਦਾ ਕੀਤੀ ਜਾ ਰਹੀ ਹੈ, ਤੇ ਪਰ ਅਸੀਂ ਕਹਿੰਦੇ ਇਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ।
ਹੁਣ ਇੱਕ ਗੱਲ ਇਹਦੇ ਵਿੱਚੋਂ ਪੈਦਾ ਹੋ ਰਹੀ ਹੈ ਕਿ ਕਿਉਂ ਇਹ ਨਫ਼ਰਤ ਦੀ ਰਾਜਨੀਤੀ ਦੀ ਗੱਲ, ਜਿੱਦਾਂ ਪ੍ਰੀਤਮਰਪਾਲ ਹੁਣੀ ਇਹ ਗੱਲ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਗੱਲ ਕਰ ਲਈਏ, ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਦੀ ਗੱਲ ਕਰ ਲਈਏ, ਤਾਂ ਸਿੱਧੇ ਤੌਰ ਤੇ ਬਾਦਲ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਹੈ। ਸੋ ਸੁਭਾਵਿਕ ਹੈ ਕਿ ਜਿੱਥੋਂ ਤੱਕ ਹੋ ਸਕੇਗਾ ਉਹ ਤਾਂ ਵਿਰੋਧ 'ਚ ਆ ਕੇ ਖੜੇ ਹੋਣਗੇ, ਕੋਈ ਮੌਕਾ ਨਹੀਂ ਹੱਥੋਂ ਦੇਣ ਜਾਣਗੇ। ਪ੍ਰੀਤਮਰਪਾਲ ਇੱਦਾਂ ਹੀ, ਜੇ ਆਪਾਂ ਇਕੱਲਾ ਅਕਾਲੀ ਦਲ ਦੀ ਗੱਲ ਨਹੀਂ ਕਰਦੇ, ਕਾਂਗਰਸ ਦੀ ਵੀ ਜੇ ਆਪਾਂ ਗੱਲ ਕਰ ਦਈਏ, ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਨਫ਼ਰਤ ਦੀ ਰਾਜਨੀਤੀ, ਦੇਖੋ ਨਫ਼ਰਤ ਦੀ ਰਾਜਨੀਤੀ ਕੋਈ ਇੱਕ ਧਿਰ ਦੀ ਗੱਲ ਨਹੀਂ, ਇਹ ਤਾਂ ਜਿੱਦਾਂ ਤੁਸੀਂ ਕਹੇ ਵਿਰੋਧੀ ਧਿਰਾਂ ਦਾ ਕੰਮ ਹੀ ਹੁੰਦਾ ਕਿ ਆਪਣੇ ਤੌਰ ਤੇ ਜੋ ਵੀ ਉਹ ਪੈਦਾ ਕਰ ਸਕਦੇ ਆ ਸਰਕਾਰ ਦੇ ਖਿਲਾਫ ਉਹ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਇਹਦੇ 'ਚ ਕਿਸ ਤਰ੍ਹਾਂ ਸੁਭਾਵਿਕ ਤੌਰ ਤੇ, ਹਾਲਾਂਕਿ ਇੱਕ ਦੂਜੇ ਦੇ ਸਾਰੇ ਵਿਰੋਧੀ ਹੈ, ਅਕਾਲੀ ਦਲ ਦਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ, ਕਾਂਗਰਸ ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਆਪਾਂ ਤਕੋਣ ਬਣਾਈਏ ਤਾਂ ਤਿੰਨੇ ਇਸ ਵੇਲੇ ਜਿਹੜੇ ਹੈਗੇ ਉਹ ਜੇ ਕਾਰਨਰ ਤੇ ਜਾਂ ਨਦੀ ਦੇ ਦਰਿਆ ਦੇ ਉਹਨਾਂ ਕਿਨਾਰਿਆਂ ਵਾਂਗੂ ਜਿਨ੍ਹਾਂ ਦਾ ਕਦੇ ਵੀ ਮੇਲ ਨਹੀਂ ਹੋ ਸਕਦਾ ਜੋ ਮੌਜੂਦਾ ਸਥਿਤੀ ਹੈ। ਇਹਦੇ ਬਾਵਜੂਦ ਜਿਹੜਾ ਭਗਵੰਤ ਮਾਨ ਹੋਣਾ ਨੇ ਦੇਖੋ ਗੱਲ ਕਹੀ ਹੈ ਕਿ ਨਫ਼ਰਤ ਦੀ ਰਾਜਨੀਤੀ ਪੰਜਾਬ ਦੇ ਵਿੱਚ, ਪਰ ਅਸੀਂ ਇਹਨੂੰ ਚੱਲਣ ਨਹੀਂ ਦਿਆਂਗੇ। ਉਹ ਕੌਣ ਇੱਦਾਂ ਦੀਆਂ ਗੱਲਾਂ ਲੈ ਕੇ ਚੱਲ ਰਹੇ ਆ? ਉਹਨਾਂ 'ਚ ਅਕਾਲੀ ਦਲ ਬਾਦਲ ਵੀ ਸ਼ਾਮਲ ਹੈ ਜਦੋਂ ਉਹ ਗੱਲ ਕਰਦੇ ਆ, ਉਹਨਾਂ 'ਚ ਕਾਂਗਰਸ ਦੀ ਗੱਲ ਵੀ ਹੁੰਦੀ ਹੈ, ਤਾਂ ਉਹਨਾਂ 'ਚ ਸੁਭਾਵਿਕ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਤਾਂ ਇਹ ਵੱਡਾ ਇਲਜ਼ਾਮ ਹਮੇਸ਼ਾ ਲੱਗਦਾ ਹੀ ਵਿਰੋਧੀ ਧਿਰਾਂ ਵੱਲੋਂ ਕਿ ਵੀ ਉਹ ਜਦੋਂ ਉਹ ਤਾਂ ਦੇਸ਼ ਦੀ ਗੱਲ ਕਰਦੇ ਕਿ ਦੇਸ਼ ਦੀ ਰਾਜਨੀਤੀ 'ਚ ਚਾਹੇ ਹਿੰਦੂਤਵ ਦੀ ਗੱਲ ਕਰ ਲਈਏ, ਦੂਜੇ ਮੁੱਦਿਆਂ ਦੀ ਗੱਲ ਕਰ ਲਈਏ, ਚਾਹੇ ਮੁਸਲਿਮ ਭਾਈਚਾਰੇ ਦੀ ਗੱਲ ਕਰ ਲਈਏ, ਅਲੱਗ-ਅਲੱਗ ਤੌਰ ਤੇ ਟਕਰਾਅ ਦੀ ਸਥਿਤੀ ਜਿਹੜੀ ਕਿ ਪੈਦਾ ਕਰਕੇ ਉਹਦੇ 'ਚੋਂ ਲਾਹਾ ਖੱਟਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਸੋ ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ, ਕੋਟਕਪੂਰਾ ਗੋਲੀकांड ਦੇ ਮੁੱਦੇ ਤੇ ਆਪਾਂ ਕਹਿੰਦੇ ਹਾਂ ਕਿ ਸਰਕਾਰ ਚਾਹੁੰਦੀ ਹੈ ਕਿਸੇ ਨਿਸ਼ਾਨੇ ਤੇ ਪਹੁੰਚਿਆ ਜਾਵੇ, ਜਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨਿਸ਼ਾਨੇ ਦੇ ਉੱਤੇ ਕੋਈ ਨਾ ਕੋਈ ਪੰਜਾਬੀਆਂ ਦੇ ਅੱਗੇ ਆਪਣੀ ਗੱਲ ਰੱਖੀ ਜਾਵੇ, ਜਿਹੜੀ ਗੱਲ ਦਾ ਉਹ ਵਾਅਦਾ ਕਰਕੇ ਆਏ ਸੀ। ਹੁਣ ਸਥਿਤੀ ਜਿਹੜੀ ਨਫ਼ਰਤ ਵਾਲੀ ਗੱਲ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ 'ਚ, ਹੁਣ ਜਿਵੇਂ ਆਪਾਂ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਹਾਲਾਂਕਿ ਗੱਲ ਕੋਈ ਬਹੁਤੀ ਸਪਸ਼ਟ ਨਹੀਂ ਹੈਗੀ ਕਿ G20 ਅੰਮ੍ਰਿਤਸਰ ਦਾ ਸੰਮੇਲਨ ਰੱਦ ਹੋ ਗਿਆ ਕਿ ਨਹੀਂ ਹੋ ਗਿਆ, ਕੋਈ ਪੁਸ਼ਟੀ ਨਹੀਂ ਹੈ ਇਸ ਗੱਲ ਦੀ, ਪਰ ਮੀਡੀਆ 'ਚ ਜਾਂ ਸੋਸ਼ਲ ਮੀਡੀਆ 'ਚ ਇੱਕ ਹਿੱਸਾ ਇਹੋ ਜਿਹਾ ਜਿਹੜਾ ਪੂਰੀ ਤਰ੍ਹਾਂ ਲੱਗਿਆ ਵਾ ਕਿ ਤਾਂ ਕਿ ਇੱਕ ਇਮੇਜ ਦਿੱਤਾ ਜਾ ਸਕੇ ਵੀ ਇਹ ਸਰਕਾਰ ਦੇ ਚੱਲਦਿਆਂ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ ਤੇ ਜਿਹਦੇ ਕਰਕੇ G20 ਵੀ ਰੱਦ ਹੋ ਗਿਆ। ਸੋ ਨਫ਼ਰਤ ਦੀ ਜਿਹੜੀ ਰਾਜਨੀਤੀ ਦੀ ਗੱਲ ਭਗਵੰਤ ਮਾਨ ਹੋਣੀ ਕਰਦੇ, ਕਿਤੇ ਲੱਗਦਾ ਕਿ ਇਸ ਰਾਜਨੀਤੀ ਦੇ ਰਾਹੀਂ ਸਰਕਾਰ ਨੂੰ ਵੀ ਵਿਰੋਧੀ ਧਿਰਾਂ ਵੱਲੋਂ ਲੱਗਦਾ ਨਹੀਂ ਕਿ ਟਾਰਗੇਟ ਕੀਤਾ ਜਾ ਰਿਹਾ ਕਿ ਪੰਜਾਬ ਦੀ ਇੱਦਾਂ ਦੀ ਸਥਿਤੀ ਹੈ ਜੀ, ਪੰਜਾਬ 'ਚ ਗੈਂਗਸਟਰ ਹੈ ਜੀ, ਪੰਜਾਬ 'ਚ ਡਰੱਗ ਮਾਫੀਆ ਹੈ ਜੀ, ਇਹ ਸਾਰੀ ਸਥਿਤੀ ਨੂੰ ਲੈ ਕੇ ਕਿਧਰੇ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਸਾਹਿਬ, ਇੱਕ ਗੱਲ ਤਾਂ ਸਾਫ਼ ਹੈ ਕਿ ਇਹ ਸਾਰਾ ਕੁਝ ਕਦੋਂ ਨਹੀਂ ਸੀ। ਹੁਣ ਜਿਹੜੀ ਤੁਸੀਂ G20 ਦੀ ਗੱਲ ਕੀਤੀ ਹੈ ਨਾ, ਕਿਉਂਕਿ ਮੈਂ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਜਿਹੜਾ ਨੈਸ਼ਨਲ ਮੀਡੀਆ ਦੇ ਨਾਲ ਜੁੜਿਆ ਹੋਣ ਕਰਕੇ ਇਹ ਸਾਰੀ ਸਿਚੁਏਸ਼ਨ ਨੂੰ ਮੈਂ ਨੇੜਿਓਂ ਸਮਝ ਸਕਦਾ, ਨੇੜਿਓਂ ਵਾਚਦੇ ਹਾਂ। ਤੇ G20 ਦਾ ਸ਼ਡਿਊਲ ਹੈ ਜਿਹੜਾ ਉਹ ਪਹਿਲਾਂ ਤੋਂ ਬਣਿਆ ਹੋਇਆ, ਤੇ ਜੇ ਇਹ ਕਹਿੰਦੇ ਆ, ਇਹ ਜੇ ਰਿਊਮਰ ਨਹੀਂ ਵੀ, ਜੇ ਸੱਚਮੁੱਚ ਵੀ ਜੇ ਕੇਂਦਰ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਹੀਂ ਅਸੀਂ ਹੋਣ ਦੇਣਾ, ਇਹ ਇੱਕ ਵੱਖਰੀ ਗੱਲ ਹੋ ਸਕਦੀ ਹੈ। ਹੁਣ ਮਈ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਸ਼ਡਿਊਲਡ ਹੈ G20 ਦਾ, ਤੇ ਸ਼੍ਰੀਨਗਰ ਦੇ ਵਿੱਚ ਸ਼ਾਂਤੀ ਕਿੱਥੇ ਹੈ? ਉੱਥੇ ਤੀਜੇ ਦਿਨ ਕਿਸੇ ਕਸ਼ਮੀਰੀ ਪੰਡਤ ਨੂੰ ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਵੀ ਵਿੱਚੋਂ ਤੁਹਾਨੂੰ ਟੋਕ ਰਹੇ, ਇਸ ਤੋਂ ਵੱਡੀ ਗੱਲ ਕਿ ਅਗਲੇ ਦਿਨਾਂ 'ਚ ਸ਼ਾਇਦ ਜਿਹੜਾ ਹੈਗਾ ਦੇਸ਼ ਦੇ ਰਾਸ਼ਟਰਪਤੀ ਦਾ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਬਣ ਰਿਹਾ ਹੈ। ਨਹੀਂ, ਬਿਲਕੁਲ ਸਿੱਧੂ ਸਾਹਿਬ, ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਸਮਝ ਲਓ ਕਿ ਵੀ ਮੈਂ ਇੱਥੇ ਕਿਉਂ ਨਹੀਂ, ਇਹ ਕਿੱਥੋਂ ਆ ਗਿਆ? ਜਿਹੜੀ ਵਿਰੋਧੀ ਧਿਰਾਂ ਦੀ ਹਾਲਤ ਹੁਣ ਇਹ ਹੋਈ ਹੈ ਨਾ, ਜਿਹੜੀ ਸਾਡੀ ਰਾਜਨੀਤੀ ਦੇ ਵਿੱਚ ਪਹਿਲਾਂ ਇਹ ਸੀ ਕਿ ਇੱਕ ਵਾਰੀ ਤੁਸੀਂ ਆ ਗਏ, ਇੱਕ ਵਾਰੀ ਤੁਸੀਂ ਆ ਗਏ, ਉੱਤਰ ਕਾਟੋ ਮੈਂ ਚੜ੍ਹਨ ਵਾਲੀ ਜਿਹੜੀ ਸੀ ਸਿਚੁਏਸ਼ਨ ਸੀ, ਹੁਣ ਇਹਨਾਂ ਨੂੰ ਇਹ ਲੱਗਦਾ ਕਿ ਤੀਜੀ ਧਿਰ ਕਿੱਥੋਂ ਆ ਗਈ। ਮੈਂ ਕੋਈ ਇਹਦੇ 'ਚ ਭਗਵੰਤ ਮਾਨ ਦੀ ਸਰਕਾਰ ਨੂੰ ਡਿਫੈਂਡ ਨਹੀਂ ਕਰ ਰਿਹਾ, ਮੈਂ ਕਹਿੰਦਾ ਕਿ ਤੀਜੀ ਧਿਰ ਵੀ ਆਉਣੀ ਚਾਹੀਦੀ ਹੈ, ਚੌਥੀ ਵੀ ਆਉਣੀ ਚਾਹੀਦੀ ਹੈ। ਤੇ ਗੱਲ ਤਾਂ ਇੱਥੇ ਇਹ ਹੈ ਕਿ ਸਾਰੇ ਇਸ ਮੁੱਦੇ ਤੇ ਇਕੱਠੇ ਹੋ ਜਾਂਦੇ ਆ। ਕਮਾਲ ਦੀ ਗੱਲ ਤਾਂ ਇਹ ਹੈ ਵੀ ਜਿਹੜੇ ਕੇਂਦਰ ਦੇ ਸਰਕਾਰ ਰਾਹੁਲ ਗਾਂਧੀ ਐਡੀ ਵੱਡੀ ਯਾਤਰਾ ਕੱਢ ਰਹੇ ਨੇ, ਮਲਕਾਰਜੁਨ ਖੜਗੇ ਬੋਲ ਰਹੇ ਨੇ, ਜੈਰਾਮ ਰਮੇਸ਼ ਬੋਲ ਰਹੇ ਨੇ, ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗਵਰਨਰ ਦੀ ਕੁੱਛੜ ਜਾ ਕੇ ਬਹਿ ਜਾਂਦੇ ਨੇ। ਜਿਹੜੀ ਇਹ ਸਿਚੁਏਸ਼ਨ ਹੈ, ਇੱਥੋਂ ਹੁਣ ਤੁਸੀਂ ਦੇਖੋ ਕਿ ਪਾਰਟੀ ਲੋਕਲ ਲੈਵਲ ਤੇ ਕੀ ਜਿਹੜਾ ਹੈਗਾ ਸਟੈਂਡ ਲੈਂਦੀ ਹੈ। ਮੈਂ ਕਹਿੰਦਾ ਕਿ ਬਿਲਕੁਲ ਭਗਵੰਤ ਮਾਨ ਨੂੰ ਨਹੀਂ ਸੀ ਤਿੱਖੀ ਭਾਸ਼ਾ ਬੋਲਣਾ ਚਾਹੀਦੀ ਗਵਰਨਰ ਦੇ ਖਿਲਾਫ। ਗਵਰਨਰ ਕੋਲੇ ਮੈਂ ਕਹਿੰਦਾ ਕਿ ਸੰਵਿਧਾਨਕ ਹੱਕ ਵੀ ਹੈ, ਪਰ ਕੀ ਗਵਰਨਰ ਹੀ ਸਭ ਕੁਛ ਹੈ? ਕੀ ਸਿਆਸੀ ਪਾਰਟੀਆਂ ਦਾ ਇਹੀ ਉਹਨਾਂ ਕੋਲ ਮੁੱਦਾ ਰਹਿ ਗਿਆ ਕਿਉਂਕਿ ਤੁਸੀਂ ਗਵਰਨਰ ਨੂੰ ਡਿਫੈਂਡ ਕਰਨਾ ਹੈ, ਤੇ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਹੈ ਉਹਦੀ ਤੁਸੀਂ ਲਾਪਾ ਕਰਨੀ ਹੈ? ਇਹ ਤੋਂ ਹੀ ਵੱਡੀ ਗੱਲ ਜਿਹੜਾ ਰਪਾਲ ਜੀ, ਜਿੱਦਾਂ ਤੁਸੀਂ ਗਵਰਨਰ ਦੀ ਲਾਪਾ ਤਾਂ ਹਾਈ ਹੈ ਜਾਣੀ, ਜਿੱਦਾਂ ਤੁਸੀਂ ਵਿਰੋਧੀ ਧਿਰ ਦੀ ਗੱਲ ਕਰ ਰਹੇ ਹੋ, ਕਿਤੇ ਲੱਗਦਾ ਕਿ ਵਿਰੋਧੀ ਧਿਰਾਂ ਕੋਲੇ ਹੁਣ ਇਹੀ ਗੱਲ ਰਹਿ ਗਈ ਹੈ ਕਿ ਤੁਸੀਂ ਗਵਰਨਰ ਦੇ ਮਾਮਲੇ ਨੂੰ ਲੈ ਕੇ ਮੁੱਦਾ ਬਣਾਓ। ਪੰਜਾਬ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ, ਪੰਜਾਬ 'ਚ ਐਡੇ ਵੱਡੇ ਮੁੱਦੇ ਆ, ਪੰਜਾਬ ਇੰਨੇ ਵੱਡੇ ਸੰਕਟ ਦਾ ਸ਼ਿਕਾਰ ਹੈ, ਬਹੁਤ ਸਾਰੇ ਮਾਮਲੇ ਆ ਜਿਹਨਾਂ ਮਾਮਲਿਆਂ ਨੂੰ ਲੈ ਕੇ ਵਿਰੋਧੀ ਧਿਰ ਨੂੰ ਮਾਮਲੇ ਉਠਾਉਣੇ ਚਾਹੀਦੇ। ਉਹਦੀ ਬਜਾਏ ਗਵਰਨਰ ਦੀ ਗੱਲ ਕਰ ਰਹੇ ਆ ਜੀ, ਗਵਰਨਰ ਨੂੰ ਇਸ ਤਰ੍ਹਾਂ ਬੋਲਤਾ ਜੀ, ਗਵਰਨਰ ਨੂੰ ਇਸ ਤਰ੍ਹਾਂ ਨਹੀਂ, ਜਾਣੀ
ਕੀ ਇਸ਼ੂ ਤੁਸੀਂ ਦੇਖੋ ਪੰਜਾਬ ਨਾਲ ਸੰਬੰਧ ਰੱਖਦੇ ਹੈ, ਜੇ ਪੰਜਾਬ ਦੇ ਹੇਠਲੀ ਪੱਧਰ ਤੇ ਜਾ ਕੇ ਦੇਖਿਆ ਜਾਏ, ਮੇਰਾ ਖਿਆਲ ਕਿਸੇ ਸਧਾਰਨ ਪੰਜਾਬੀ ਨੂੰ ਪੁੱਛ ਲਓ ਕਿ ਜੀ ਇਹ ਕੀ ਮਾਮਲਾ, ਉਹਨੂੰ ਮੇਰਾ ਖਿਆਲ ਸਮਝ ਵੀ ਨਹੀਂ ਪਏਗੀ ਕੀ ਮਾਮਲਾ ਸਿੱਧੂ ਸਾਹਿਬ ਗਵਰਨਰ ਸਾਹਿਬ ਸਾਡੇ ਸਮਝਦਾਰ ਤੇ ਸਿਆਣੇ ਗਵਰਨਰ ਨੇ, ਤੁਸੀਂ ਇਹ ਨਹੀਂ ਕਹਿ ਸਕਦੇ। ਬਿਲਕੁਲ, ਉਹ ਪੱਤਰਕਾਰ ਵੀ ਨੇ ਬੜੇ ਪੁਰਾਣੇ, ਤੇ ਤੁਸੀਂ ਜਿਹੜਾ ਉਹਨਾਂ ਦਾ ਭਾਸ਼ਣ ਹੈ ਜਿਹੜਾ ਵਿਧਾਨ ਸਭਾ 'ਚ ਉਹਨਾਂ ਨੇ ਦਿੱਤਾ, ਉੱਥੋਂ ਪਤਾ ਲੱਗਦਾ ਵੀ ਕਿੰਨੇ ਉਹਨਾਂ ਨੇ ਸੁਲਝੇ ਤਰੀਕੇ ਦੇ ਨਾਲ ਜਿਹੜੀ ਆਪਣੀ ਗੱਲ ਕੀਤੀ। ਟਕਰਾਅ ਹੋਣਾ ਪੋਲੀਟੀਕਲ ਵੱਖਰੀ ਗੱਲ, ਗੱਲ ਇਹ ਹੈ ਵੀ ਤੁਸੀਂ ਜਦੋਂ ਵਿਧਾਨਕ ਮਾਮਲੇ ਦੇ ਵਿੱਚ ਆਉਂਦੇ ਤਾਂ ਉਦੋਂ ਕਿਸ ਤਰ੍ਹਾਂ ਲੈਣਾ। ਹੁਣ ਉੱਥੇ ਪ੍ਰਤਾਪ ਸਿੰਘ ਬਾਜਵਾ ਰੌਲਾ ਪਾ ਕੇ ਬਹਿ ਗਈ, ਤੁਸੀਂ ਸਾਡੀ ਸਰਕਾਰ ਬੋਲੋ, ਮੇਰੀ ਸਰਕਾਰ ਨਾ ਬੋਲੋ। ਹੁਣ ਤੱਕ ਤਾਂ ਤੁਸੀਂ ਮੇਰੀ ਸਰਕਾਰ, ਜੋ ਇਸ ਤੋਂ ਪਹਿਲਾਂ ਤੁਹਾਡੀ ਸਰਕਾਰ ਸੀ ਉਦੋਂ ਵੀ ਗਵਰਨਰ ਸਾਹਿਬ ਇਹੀ ਕਹਿੰਦੇ ਰਹੇ ਮੇਰੀ ਸਰਕਾਰ, ਹਮੇਸ਼ਾ ਮਾਈ ਗਵਰਨਮੈਂਟ ਕਹਿ ਕੇ ਸੰਬੋਧਨ ਕਰਦੇ ਗਵਰਨਰ ਸਾਹਿਬ। ਮਤਲਬ ਕਿ ਇੰਨੀ ਕੁ ਗੱਲ ਵੀ ਜਿਹੜੀ ਹਜ਼ਮ ਨਾ ਹੋਣੀ, ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਭਗਵੰਤ ਮਾਨ ਦੀ ਜਿਹੜੀ ਇਹ ਸਟੇਟਮੈਂਟ ਹੈ ਨਫ਼ਰਤ ਦੀ ਰਾਜਨੀਤੀ ਦੀ, ਉਹ ਕਿਤੇ ਨਾ ਕਿਤੇ ਸਾਨੂੰ ਸਹੀ ਜਾਪਦੀ ਹੈ ਕਿ ਤੁਸੀਂ ਚੱਲਣ ਹੀ ਨਹੀਂ ਦੇਣਾ ਜੀ ਕਿਸੇ ਮਾਮਲੇ 'ਚ। ਕਿਤੇ ਤੁਸੀਂ ਭਾਵੇਂ ਬਿਕਰਮ ਸਿੰਘ ਮਜੀਠੀਆ ਬੋਲੇ, ਭਾਵੇਂ ਅਸ਼ਵਨੀ ਕੁਮਾਰ ਸ਼ਰਮਾ ਬੋਲੇ, ਭਾਵੇਂ ਪ੍ਰਤਾਪ ਸਿੰਘ ਬਾਜਵਾ ਬੋਲੇ, ਤੇ ਭਾਵੇਂ ਕੋਈ ਹੋਰ ਛੋਟਾ ਮੋਟਾ ਕਾਂਗਰਸੀ ਬੋਲੇ, ਉਹ ਉਹੀ ਬੋਲੀ ਬੋਲਦੇ ਆ ਜਿਹੜੀ ਬੋਲੀ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਬੋਲਦਾ ਜਾਂ ਹੋਰ ਹੈ। ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਿਰਫ ਤੇ ਸਿਰਫ ਪਾਰਟੀ ਨੂੰ ਟਾਰਗੇਟ ਕਰਨਾ, ਇਹ ਕੋਈ ਸੂਬੇ ਦੀ ਸਿਆਸਤ ਵਾਸਤੇ ਚੰਗਾ ਨਹੀਂ। ਜਾਂ ਇਹ ਕਹਿ ਸਕਦੇ ਹਾਂ ਆਪਾਂ ਵਿਅੰਗ ਦੇ ਤੌਰ ਤੇ ਕਿ ਪ੍ਰਧਾਨ ਮੰਤਰੀ ਜਿੱਦਾਂ ਚਾਹੁੰਦਾ ਸੀ ਕਿ ਸਾਰਾ ਦੇਸ਼ ਇਕਮੁੱਠ ਹੋਣਾ ਚਾਹੀਦਾ ਹੈ, ਘੱਟੋ ਘੱਟ ਪੰਜਾਬ ਜ਼ਰੂਰ ਪ੍ਰਧਾਨ ਮੰਤਰੀ ਨੇ ਸਾਰੀਆਂ ਧਿਰਾਂ ਨੂੰ ਇਕਮੁੱਠ ਕਰਤਾ, ਕਿਉਂਕਿ ਕਾਂਗਰਸ ਵੀ ਉਹੀ ਬੋਲੀ ਬੋਲਦੀ ਹੈ, ਅਕਾਲੀ ਦਲ ਵੀ ਉਹੀ ਬੋਲੀ ਬੋਲਦਾ, ਭਾਜਪਾ ਨੇ ਤਾਂ ਉਹੀ ਬੋਲੀ ਬੋਲਣੀ ਹੈ। ਪ੍ਰਿੰਸੀਪਲ, ਜਿਸ ਮਾਮਲੇ ਤੇ ਆਪਾਂ ਦੇਖੋ ਨਫ਼ਰਤ ਦੀ ਰਾਜਨੀਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਇਸੇ ਤਰੀਕੇ ਨਾਲ ਇਹਨਾਂ ਤੰਦਾਂ ਨਾਲ ਹੀ ਜੁੜਿਆ ਇੱਕ ਮੁੱਦਾ ਉਹ ਹੈਗਾ ਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਡੇਰਾ ਪ੍ਰੇਮੀਆਂ ਤੇ ਜਿਹੜੇ ਕੇਸ ਚੱਲ ਰਹੇ ਸੀ, ਉਹ ਕੇਸ ਦੇਖੋ ਕਿਸ ਕਦਰ ਕਿੱਥੇ ਦਾ ਤੁਸੀਂ ਮਾਲਵੇ ਨਾਲ ਸੰਬੰਧ ਰੱਖਦੇ ਹੋ, ਕਿੱਥੇ ਦਾ ਇੱਕ ਉਹ ਜਿੱਥੇ ਮੰਦਭਾਗੀ ਘਟਨਾ ਵਾਪਰੀ ਏਡੀ ਵੱਡੀ, ਉਹ ਫਰੀਦਕੋਟ ਦੀ ਅਦਾਲਤ, ਉੱਥੇ ਜਾ ਕੇ ਜਿਹੜੇ ਵੀ ਚਾਹੇ ਡੇਰਾ ਪ੍ਰੇਮੀ ਸੀ, ਚਾਹੇ ਉਹਨਾਂ ਦੇ ਹੱਕ ਜਾਂ ਖਿਲਾਫ 'ਚ ਗਵਾਹੀਆਂ ਦੇਣ ਵਾਲੇ ਸੀ, ਉੱਥੇ ਜਾ ਕੇ ਗਵਾਹੀਆਂ ਦੇਣੀਆਂ ਸੌਖੀਆਂ ਸੀ। ਉਹ ਕੰਮ ਹੋਇਆ ਕਿ ਜੀ ਇਹ ਅਦਾਲਤ ਜਿਹੜੀ ਹੈਗੀ ਹੈ, ਕਿਉਂਕਿ ਇੱਥੇ ਇਹਨਾਂ 'ਤੇ ਦਬਾਅ ਪੈ ਰਿਹਾ ਹੈ, ਡਰ ਹੈ, ਦਹਿਸ਼ਤ ਦਾ ਮਾਹੌਲ ਹੈ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜੀ ਪੰਜਾਬ ਤੋਂ ਬਾਹਰ ਤਬਦੀਲ ਕਰ ਦਿੱਤਾ ਜਾਏ। ਪੰਜਾਬ ਤੋਂ ਬਾਹਰ ਤਾਂ ਤਬਦੀਲ ਨਹੀਂ ਹੋਇਆ, ਚੰਡੀਗੜ੍ਹ ਆ ਕੇ ਮਾਮਲਾ ਤਬਦੀਲ ਹੋ ਗਿਆ। ਹੁਣ ਦੱਸੋ ਇੱਦਾਂ ਦੇ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਇਸ ਮਾਮਲੇ 'ਤੇ ਨਿਆਂ ਤੇ ਇਨਸਾਫ ਲੈਣ ਲਈ ਜਿਹੜੇ ਕੁਝ ਕਿਤੇ ਆਪਣੀ ਜਾਣਕਾਰੀ ਮੁਤਾਬਕ ਕੁਝ ਇੱਦਾਂ ਵੀ ਜਿਹੜੇ ਲੋਕ ਇਹ ਦੁਨੀਆ 'ਚ ਹੀ ਚਲੇ ਗਏ। ਆਪਾਂ ਇਹ ਵੀ ਜਾਣਦੇ ਹਾਂ ਪਿੰਡਾਂ ਦੇ ਸਧਾਰਨ ਲੋਕ ਕਿੱਥੋਂ ਇੱਥੇ ਤਰੀਕਾਂ ਭੁਗਤਣ ਆਇਆ ਕਰਨਗੇ। ਜਾਣੀ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਜਿਸ ਢੰਗ ਦੇ ਨਾਲ ਜਿਹੜਾ ਮਾਮਲੇ ਨੂੰ ਲਿਆ ਜਾਣਾ ਚਾਹੀਦਾ ਸੀ, ਜਦੋਂ ਉਸ ਮਾਮਲੇ ਨੂੰ ਲਈ ਲਿਆ ਜਾਂਦਾ ਤਾਂ ਫਿਰ ਉਹ ਤੰਦਾਂ ਲੰਮੀਆਂ ਪੈਂਦੀਆਂ, ਉਲਝਣਾਂ ਬਣਦੀਆਂ। ਫਿਰ ਜਿੱਦਾਂ ਆਪਾਂ ਕਹਿੰਦੇ ਫਿਰ ਦਹਾਕਿਆਂ ਤੱਕ ਜਦੋਂ ਨਿਆਂ ਨਹੀਂ ਹੁੰਦਾ ਤਾਂ ਬੇਚੈਨੀ ਦਾ ਮਾਹੌਲ ਹੁੰਦਾ। ਉਸ ਬੇਚੈਨੀ ਦੇ ਮਾਹੌਲ 'ਚ ਕਹਿੰਦੇ ਜੀ ਫਿਰ ਹੁਣ ਗੜਬੜ ਹੋ ਰਹੀ ਹੈ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਹੁਣ ਸਮਝ ਤੋਂ ਬਾਹਰ ਹੈ ਇਹ ਗੱਲ ਕਿ ਸੁਪਰੀਮ ਕੋਰਟ ਨੇ ਜਿਹੜਾ ਸੀ ਇਸ ਇਸ਼ੂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਆ। ਬੇਅਦਬੀ ਕਰਨ ਵਾਲੇ ਵੀ ਉੱਥੇ ਨੇ, ਮੁਲਜ਼ਮ ਵੀ ਉੱਥੇ ਨੇ, ਗਵਾਹ ਵੀ ਉੱਥੇ ਨੇ, ਐਵੀਡੈਂਸ ਵੀ ਸਾਰਾ ਉੱਥੇ ਹੈ, ਤੁਰਨਾ ਵੀ ਉੱਥੇ ਹੀ ਉਹਨਾਂ ਨੇ ਉੱਥੋਂ ਹੈ। ਤੇ ਟ੍ਰਾਇਲ ਦੇਖੋ, ਟ੍ਰਾਇਲ ਕੋਰਟ ਦੇ ਵਿੱਚ ਕੇਸ ਤਬਦੀਲ ਹੋਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸਿੱਧੂ ਸਾਹਿਬ, ਮੈਨੂੰ ਯਾਦ ਹੈ ਇਸ ਤੋਂ ਪਹਿਲਾਂ ਮੈਂ ਤਾਂ ਉਦੋਂ ਅਜੇ ਪੱਤਰਕਾਰੀ ਦੇ ਵਿੱਚ ਨਵਾਂ ਉੱਭਰਦਾ ਸੀ ਜਦੋਂ ਨਿਰੰਕਾਰੀ ਕਾਂਡ ਹੋਇਆ। ਨਿਰੰਕਾਰੀ ਕਾਂਡ ਦੇ ਵਿੱਚ ਜਦੋਂ ਨਿਰੰਕਾਰੀਆਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਕਿ ਸਾਡੇ ਬਾਬੇ ਨੂੰ ਉੱਥੇ ਖਤਰਾ ਹੈ ਅੰਮ੍ਰਿਤਸਰ ਦੇ ਵਿੱਚ, ਉਹ ਕੇਸ ਉਦੋਂ ਕਰਨਾਲ ਤਬਦੀਲ ਕੀਤਾ ਗਿਆ ਸੀ ਹਰਿਆਣੇ ਦੇ ਵਿੱਚ। ਤੇ ਠੀਕ ਆ, ਉਹ ਕੇਸ ਚੱਲਿਆ ਆਪਣੇ ਤਰੀਕੇ ਦੇ ਨਾਲ। ਉਦੋਂ ਬਾਅਦ ਨਿਰੰਕਾਰੀ ਮੁਖੀ ਦਾ ਵੀ ਮਰਡਰ ਹੋ ਗਿਆ, ਚਲੋ ਉਹ ਅਲੱਗ ਗੱਲਾਂ ਨੇ। ਹੁਣ ਇਸ ਕੇਸ ਨੂੰ ਭਾਵੇਂ ਚੰਡੀਗੜ੍ਹ ਲਿਆਂਦਾ ਗਿਆ, ਭਾਵੇਂ ਇਹ ਲੱਗਦਾ ਕਿ ਚੰਡੀਗੜ੍ਹ ਪੰਜਾਬ ਦਾ ਪਾਰਟੀ ਹੈ ਕਹਿਣ ਨੂੰ, ਪਰ ਸੁਪਰੀਮ ਕੋਰਟ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿ ਕਿਹੜੀ ਜਿਹੜੀ ਸੀ ਇਹਦੀ ਮੈਰਿਟ ਸੀ ਕੇਸ ਦੀ, ਜਿਸ ਦੇ ਆਧਾਰ ਤੇ ਉੱਥੋਂ ਜਿਹੜਾ ਹੈਗਾ ਟ੍ਰਾਇਲ ਕੋਰਟ ਚੋਂ ਕਈ ਵਾਰੀ ਨਾ ਇਹਦੇ ਤੇ ਪ੍ਰਿਤਪਾਲ ਜਿਹੜਾ ਜਿੱਦਾਂ ਤੁਸੀਂ ਗੱਲ ਕਰ ਰਹੇ ਦੇਖੋ ਅਦਾਲਤਾਂ 'ਚ ਅਕਸਰ ਕੀ ਜਦੋਂ ਆਪਾਂ ਐਡਵੋਕੇਟ ਸੀਨੀਅਰ ਐਡਵੋਕੇਟ ਨਾਲ ਵਾਹ ਵਾਸਤਾ ਪੈਂਦਾ, ਉਹ ਕਹਿੰਦੇ ਵੀ ਅਦਾਲਤਾਂ ਅੱਗੇ ਜੋ ਤੁਸੀਂ ਮਾਮਲਾ ਪੇਸ਼ ਕਰਦੇ ਹੋ ਤਾਂ ਕਿਤੇ ਪੰਜਾਬ ਸਰਕਾਰ ਵੱਲੋਂ ਉਹਦੀ ਜਿਹੜੀ ਪੈਰਵਾਈ ਕੀਤੀ ਗਈ ਹੈ, ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਉੱਠਦੇ ਰਹੇ, ਉਹ ਜੋ ਤੱਥ ਪੇਸ਼ ਕੀਤੇ ਗਏ ਸ਼ਾਇਦ ਉਸ ਤਰ੍ਹਾਂ ਦਾ ਜਿਹੜਾ ਤਸਵੀਰ ਜਾਂ ਪੱਖ ਪੇਸ਼ ਨਹੀਂ ਕੀਤਾ ਜਾ ਸਕਿਆ। ਵਰਨਾ ਉਹੀ ਸੁਪਰੀਮ ਕੋਰਟ ਹੈ ਨਾ, ਜਿਸ ਸੁਪਰੀਮ ਕੋਰਟ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਮਲੇ ਦੀ ਆਪਾਂ ਗੱਲ ਕਰਦੇ ਹਾਂ ਤੇ ਗਵਰਨਰ ਦੇ ਮਾਮਲੇ ਦੀ ਗੱਲ ਕਰਦੇ ਹਾਂ, ਦੋਨਾਂ ਮਾਮਲਿਆਂ 'ਚ ਲਿਆ ਕੇ ਦੋਨਾਂ ਨੂੰ ਆਪਣੀ ਆਪਣੀ ਜਗ੍ਹਾ ਦਿਖਾਤੀ ਨਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੌਰ 'ਤੇ ਇੱਥੇ ਜਗ੍ਹਾ ਔਰ ਤੇਰੀ ਇੱਥੇ ਜਗ੍ਹਾ। ਇਸ ਮਾਮਲੇ 'ਚ ਵੀ ਕਿਧਰੇ ਇਹ ਲੱਗਦਾ ਹੈ ਕਿ ਸ਼ਾਇਦ ਅਦਾਲਤ ਦੇ ਅੱਗੇ ਜਿੱਦਾਂ ਦੇ ਤੱਥ ਪੇਸ਼ ਕੀਤੇ ਜਾਣੇ ਚਾਹੀਦੇ ਸੀ ਵੀ ਇੱਦਾਂ ਦੀਆਂ ਪੇਚੀਦਗੀਆਂ ਨਹੀਂ ਹੈ। ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਪੰਜਾਬ ਦੇ ਮਾਹੌਲ ਦੀ ਜਾਂ ਸੋਸ਼ਲ ਮੀਡੀਆ ਜਾਂ ਦੂਜਾ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਕਿ ਜੀ ਬਹੁਤ ਵੱਡਾ ਇੱਦਾਂ ਦਾ ਕਸਾਰਾ ਹੋ ਰਿਹਾ, ਇੱਦਾਂ ਦਾ ਵਾਹ ਵੇਲਾ ਖੜਾ ਹੋ ਰਿਹਾ, ਜੀ G20 ਸੰਮੇਲਨ ਰੱਦ ਹੋ ਗਿਆ, ਇੱਦਾਂ ਦੇ ਇਸ਼ੂ ਜਿਹੜੇ ਹੈਗੇ ਆ ਇਹਨਾਂ ਦੀ ਫਿਰ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਹੁਣ ਦੇਖੋ ਸਰਕਾਰਾਂ ਨੇ ਨਾਲ ਦੀ ਨਾਲ ਸਪਸ਼ਟ ਕੀਤਾ ਨਾ ਆਪਣੇ ਤੌਰ 'ਤੇ ਅਜੇ ਸਥਿਤੀ ਬੇਸ਼ੱਕ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਪਸ਼ਟ ਹੋਏਗੀ, ਪਰ ਮੁੱਖ ਮੰਤਰੀ ਦੇ ਨਾਲ ਜਿਹੜਾ ਹੁਣ ਇਸ ਵੇਲੇ ਜਿਹੜਾ ਹੈਗਾ ਮੁੱਖ ਸਕੱਤਰ ਦਾ ਬਿਆਨ ਇਸ ਮੁੱਦੇ ਦੇ ਉੱਤੇ ਹੈ
ਕਿ ਨਹੀਂ ਜੀ ਨਹੀਂ ਰੱਦ ਹੋਇਆ, ਜਾਣੀ ਫੌਰੀ ਤੌਰ ਤੇ ਰਿਐਕਸ਼ਨ। ਜੇ ਸਰਕਾਰਾਂ ਸਮੇਂ ਤੌਰ ਤੇ ਇਦਾਂ ਦੇ ਸੰਵੇਦਨਸ਼ੀਲ ਮੁੱਦਿਆਂ ਤੇ ਕਾਰਵਾਈ ਕਰਨਾ, ਜਿੱਦਾਂ ਆਪਾਂ ਬੇਅਦਬੀ ਕਾਂਡ ਦੀ ਗੱਲ ਕੀਤੀ ਹੈ, ਕੋਟਕਪੂਰਾ ਗੋਲੀ ਕਾਂਡ ਦੀ ਗੱਲ ਕੀਤੀ ਹੈ, ਤੇ ਇਸ ਮਾਮਲੇ 'ਚ ਵੀ ਜਿਹੜਾ ਹੈਗਾ ਮਾਮਲੇ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਸੀ। ਕਿਧਰੇ ਲੱਗਦਾ ਕਿ ਪੱਖ ਪੇਸ਼ ਕਰਨ ਦੇ ਵਿੱਚ ਵੀ ਕੋਈ ਨਾ ਕੋਈ ਕਸਾਰਾ ਨਜ਼ਰ ਆਉਂਦਾ ਇਹਦੇ 'ਚ। ਨਹੀਂ ਦੇਖੋ, ਇਹ ਤਾਂ ਹਮੇਸ਼ਾ ਹੋਇਆ ਹੀ ਹੈ। ਤੁਹਾਡੀ ਪ੍ਰਾਇਰਟੀ ਕੀ ਹੈ, ਸਰਕਾਰਾਂ ਦੀ ਪ੍ਰਾਇਰਟੀ ਕੀ ਹੈ, ਤੁਹਾਡੀ ਅਸਰਸ਼ਾਹੀ ਦੀ ਪ੍ਰਾਇਰਟੀ ਕੀ ਹੈ, ਕਿਸ ਮੁੱਦੇ ਨੂੰ ਤੁਸੀਂ ਕਿੰਨਾ ਗੰਭੀਰਤਾ ਦੇ ਨਾਲ ਲੈਂਦੇ ਹੋ, ਬਹੁਤ ਵੱਡੀ ਗੱਲ ਹੈ। ਮੈਂ ਤਾਂ ਸਮਝਦਾ ਕਿ ਇਸ ਤਰ੍ਹਾਂ ਦੀ ਜਿਹੜੀ ਅਡਹੌਕਿਜ਼ਮ ਬਿਊਰੋਕਰੇਸੀ ਦੇ ਵਿੱਚ ਹੈ ਜਾਂ ਸਾਡੇ ਕਾਨੂੰਨ ਦੇ ਇੰਤਜ਼ਾਮੀਆਂ ਦੇ ਵਿੱਚ ਹੈ, ਤੇ ਉਸ ਕਰਕੇ ਸਾਰਾ ਕੁਝ ਹੋਇਆ ਪੰਜਾਬ ਦੇ ਵਿੱਚ। ਬਹੁਤ ਕੁਝ ਇਸ ਕਰਕੇ ਹੋਇਆ ਕਿ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ ਸੀ ਜਾਂਦਾ। ਲਿਆ ਹੀ ਨਹੀਂ ਗਿਆ। ਥੈਂਕ ਯੂ ਵੈਰੀ ਮਚ ਰਪਾਲ। ਆਪਾਂ ਹੁਣ ਜਿਹੜਾ ਹੈਗਾ ਛੋਟੀ ਜਿਹੀ ਬ੍ਰੇਕ ਲਵਾਂਗੇ, ਲੈਣੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਤੇ ਅਹਿਮ ਵੱਡੇ ਮੁੱਦੇ ਤੇ ਹੋਰ ਕਿਹੜੇ ਸਵਾਲ ਹੈ ਪੰਜਾਬ ਨਾਲ ਜੁੜੇ ਹੋਏ ਆ, ਵੱਖ-ਵੱਖ ਘਟਨਾਵਾਂ ਨੂੰ ਲੈ ਕੇ, ਚਾਹੇ ਰਾਜਸੀ ਤਰ੍ਹਾਂ ਚਾਹੇ ਗੈਰ ਰਾਜਸੀ ਤਰ੍ਹਾਂ, ਉਹਨਾਂ ਮੁੱਦਿਆਂ ਤੇ ਕਰਾਂਗੇ ਆਪਾਂ ਚਰਚਾ। ਜਗਤਾਰ ਸਿੰਘ ਸਿੱਧੂ ਤੇ ਪ੍ਰੀਤਮ ਰਪਾਲ ਦੁਬਾਰਾ ਹੋ ਰਿਹਾ ਤੁਹਾਡੀ ਕਚਹਿਰੀ 'ਚ ਬ੍ਰੇਕ ਤੋਂ ਬਾਅਦ ਹਾਜ਼ਰ। ਤਦ ਤੱਕ ਲਈ ਦਿਓ ਇਜਾਜ਼ਤ। ਬ੍ਰੇਕ ਤੋਂ ਬਾਅਦ ਬਾਰ ਸਤਵਾਰ ਦੀ ਕਚਹਿਰੀ 'ਚ ਜੁੜੇ ਦਰਸ਼ਕਾਂ ਨਾਲ ਪ੍ਰੀਤਮ ਰਪਾਲ ਤੇ ਜਗਤਾਰ ਸਿੰਘ ਸਿੱਧੂ ਮੁੜ ਹਾਜ਼ਰ ਨੇ। ਆਪਾਂ ਜਿਸ ਮੁੱਦੇ ਤੇ ਪੰਜਾਬ ਦੇ ਵੱਡੇ ਮਾਮਲਿਆਂ ਨੂੰ ਲੈ ਕੇ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ, ਇੱਦਾਂ ਦੇ ਇੱਕ ਬਹੁਤ ਵੱਡਾ ਤੇ ਅਹਿਮ ਮੁੱਦਾ ਹੈ, ਜਿਵੇਂ ਕਹਾਂਗਾ ਇਹਦੀਆਂ ਤੰਦਾਂ ਦਾ ਪੂਰੇ ਦੇਸ਼ 'ਚ ਵੈਸੇ ਫੈਲੀਆਂ ਵੀ ਹੈ। ਚਾਹੇ ਆਪਾਂ ਮਨੀਸ਼ ਸਿਸੋਦੀਆ ਦੀ ਗੱਲ ਕਰ ਲਈਏ, ਚਾਹੇ ਕਿਤੇ ਜਾ ਕੇ ਕਰਨਾਟਕ 'ਚ ਗੱਲ ਕਰ ਲਈਏ, ਪੰਜਾਬ 'ਚ ਤਾਂ ਹੈ ਹੀ ਹੈ ਸਾਰਾ ਕੁਝ, ਜੋ ਕੁਝ ਵਾਪਰਿਆ ਆਪਾਂ ਨੂੰ ਪਤਾ ਹੀ ਹੈ ਸਾਰਾ। ਪਰ ਜਿਸ ਤਰੀਕੇ ਨਾਲ ਮਨੀਸ਼ ਸਿਸੋਦੀਆ ਦਾ CBI ਦੀ ਮਾਮਲੇ ਨੂੰ ਲੈ ਕੇ ਉਹਦੀ ਇੰਟੈਰੋਗੇਸ਼ਨ, ਉਹਦੀ ਜਿਹੜਾ ਰਿਮਾਂਡ ਦੇ 'ਚ ਵਾਧਾ, ਫਿਰ ਦੁਬਾਰਾ ਵਾਧਾ, ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਵੱਡਾ ਕਰੋੜਾਂ ਰੁਪਏ ਦਾ ਘੁਟਾਲਾ, ਸ਼ਰਾਬ ਘੁਟਾਲਾ, ਜਿਹੜਾ ਸ਼ਰਾਬ ਮਾਮਲੇ ਨੂੰ ਲੈ ਕੇ ਜਿਹੜੀ ਸ਼ਰਾਬ ਪਾਲਿਸੀ, ਐਕਸਾਈਜ਼ ਲਿਕਰ ਪਾਲਿਸੀ ਜਿਹੜੀ ਬਣੀ, ਉਸ ਨੂੰ ਲੈ ਕੇ ਮਨੀਸ਼ ਸਿਸੋਦੀਆ ਨੂੰ ਘੇਰਿਆ ਗਿਆ। ਇਕੱਲਾ ਮਨੀਸ਼ ਸਿਸੋਦੀਆ ਨਹੀਂ ਘੇਰਿਆ ਗਿਆ, ਉਹਦੇ ਨਾਲ ਜੁੜੇ ਵੇ ਹੋਰ ਕੋਈ ਸ਼ਰਾਬ ਦੇ ਕਾਰੋਬਾਰੀ, ਠੇਕੇਦਾਰ, ਇੱਦਾਂ ਕਿ ਅਧਿਕਾਰੀ, ਉਹ ਵੀ ਪੁੱਛਗਿੱਛ ਦੇ ਘੇਰੇ ਵਿੱਚ ਹੈ। ਇਕੱਲਾ ਮਨੀਸ਼ ਸਿਸੋਦੀਆ ਨਹੀਂ, ਮਨੀਸ਼ ਸਿਸੋਦੀਆ ਦੀ ਗੱਲ ਹੋਵੇ ਤਾਂ ਲੱਗੇਗਾ ਕਿ ਮਨੀਸ਼ ਸਿਸੋਦੀਆ ਦੀ ਗੱਲ ਕਰਦੇ ਹਾਂ। ਜੇ ਆਪਾਂ ਪੰਜਾਬ 'ਚ ਆਈਏ ਤਾਂ ਪੰਜਾਬ 'ਚ ਦਰਜਨਾਂ ਇਹੋ ਜਿਹੇ ਮੰਤਰੀ, ਸਾਬਕਾ ਸੰਤਰੀ, ਵਿਧਾਇਕ, ਹਾਕਮਤਰ ਨਾਲ ਜੁੜੇ ਹੋਏ, ਹਾਕਮਤਰ ਤੋਂ ਬਾਹਰਲੇ, ਯਾਨੀ ਇੱਕ ਵੱਖਰੀ ਕਿਸਮ ਦਾ ਵਰਤਾਰਾ। ਜਦੋਂ ਇਹਨਾਂ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਤਾਂ ਪੱਤਰਕਾਰਾਂ ਦੇ ਤੌਰ 'ਤੇ ਸਾਨੂੰ ਵੀ ਇਸ ਗੱਲ ਦੀ ਸਮਝ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਕਿ ਇਸ ਸਿਸਟਮ ਦੇ ਅੰਦਰ ਆਖਰ ਜਿਹੜਾ ਹੈਗਾ ਦੇਸ਼ ਦੇ ਲੋਕ ਮਰ ਰਹੇ ਹੈ, ਭੁੱਖਮਰੀ ਦਾ ਸ਼ਿਕਾਰ ਹੈ, ਬੇਰੁਜ਼ਗਾਰੀ ਹੈ, ਮਹਿੰਗਾਈ ਹੈ, ਬਹੁਤ ਸਾਰੇ ਵੱਡੇ ਮੁੱਦੇ ਹੈ, ਬਿਮਾਰੀਆਂ ਹੈ, ਬੁਨਿਆਦੀ ਸਹੂਲਤਾਂ ਦੀ ਜ਼ਰੂਰਤ ਹੈ। ਅਜੇ ਤੱਕ ਵੀ ਦੇਸ਼ ਦੇ ਵੱਡੇ ਹਿੱਸਿਆਂ ਸਾਫ਼ ਸੁਥਰਾ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਹੁੰਦਾ। ਦੂਜੇ ਪਾਸੇ ਸਾਡੇ ਜਿਹੜੇ ਮੰਤਰੀ ਤੇ ਸੰਤਰੀ ਹੈ, ਉਹ ਅਰਬਾਂ ਰੁਪਏ ਦੇ ਆਪਣੇ ਕਾਰੋਬਾਰ ਕਰੀ ਬੈਠੇ ਹੈ। ਹੁਣ ਕਿਧਰੇ ਨਾ ਕਿਧਰੇ ਜਦੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਟ ਕੇ ਚਾਹੇ ਇਹਨਾਂ ਦੇ ਆਪਣੇ ਵਿਰੋਧ ਹੋਣ ਸਾਹਮਣੇ ਆਉਂਦੇ ਆ, ਤਾਂ ਫਿਰ ਕਿਹਾ ਜਾਂਦਾ ਹੈ ਕਿ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ। ਹੁਣ ਜਦੋਂ ਮਨੀਸ਼ ਸਿਸੋਦੀਆ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਇਹੀ ਗੱਲ ਕਹੀ ਜਾ ਰਹੀ ਹੈ। ਆਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨਾ ਹੀ ਇਮਾਨਦਾਰ ਜਿਹੜਾ ਹੈਗਾ ਨੇਤਾ, ਜਿਹਨੇ ਦਿੱਲੀ ਦੇ ਅੰਦਰ ਆਪਾਂ ਗੱਲ ਕਰ ਲਈਏ, ਚਾਹੇ ਸਿੱਖਿਆ ਖੇਤਰ ਦੀ ਆਪਾਂ ਗੱਲ ਕਰ ਲਈਏ, ਚਾਹੇ ਸਿਹਤ ਖੇਤਰ ਦੀ, ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇਹ ਹੋ ਵੀ ਸਕਦੀ ਹੈ, ਉਹਨਾਂ ਦਾ ਦਾਅਵਾ ਹੈ। ਪਰ ਦੂਜੀਆਂ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਕਿ ਨਹੀਂ ਜੀ ਬਹੁਤ ਵੱਡਾ ਮਾਮਲਾ ਹੈ, ਇਹਦੇ 'ਚ ਵੱਡਾ ਘੁਟਾਲਾ ਹੋਇਆ। ਉਹ ਤਾਂ ਕਿਤੇ ਜਾ ਕੇ ਇਹ ਵੀ ਮੰਗ ਕਰ ਰਹੇ ਆ ਕਿ ਜੀ ਹੁਣ ਜਿਹੜਾ ਅਰਵਿੰਦ ਕੇਜਰੀਵਾਲ, ਉਹਦੇ ਕੋਲ ਵੀ ਅਸਤੀਫਾ ਮੰਗਿਆ ਜਾਵੇ। ਕਮਾਲ ਦੀ ਗੱਲ ਇਹ ਹੁੰਦੀ ਹੈ, ਜਦੋਂ ਇਹੀ ਕੁਝ ਆਪਣੀਆਂ ਸਰਕਾਰਾਂ ਵੇਲੇ ਵਾਪਰਦਾ ਰਿਹਾ, ਸਾਹ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਜਦੋਂ ਆਪ ਸੱਤਾ ਸੀ, ਆਪ ਮੁੱਖ ਮੰਤਰੀ ਦੇ ਅਹੁਦੇ 'ਤੇ ਸੀ, ਉਦੋਂ ਤੱਕ ਕਲੀਨ ਚਿੱਟਾਂ ਦਿੰਦੇ ਰਹੇ, ਚਾਹੇ ਸਾਧੂ ਸਿੰਘ ਧਰਮਸੋਤ ਹੈ, ਚਾਹੇ ਕਿ ਹੋਰ ਹੈ, ਜਾਂਚ ਵੀ ਹੋਈ ਉਸ ਤੋਂ ਬਾਅਦ ਵੀ। ਪਰ ਹੁਣ ਪ੍ਰਸਥਿਤੀਆਂ ਕੁਝ ਹੋਰ ਤਰ੍ਹਾਂ ਬਦਲੀਆਂ ਨਜ਼ਰ ਆਉਂਦੀਆਂ। ਇਸ ਮੁੱਦੇ 'ਤੇ ਤੁਸੀਂ ਕਿਵੇਂ ਦੇਖਦੇ ਹੋ? ਜਗਤਾਰ ਜੀ, ਗੱਲ ਇਹ ਹੈ ਕਿ ਭ੍ਰਿਸ਼ਟਾਚਾਰ ਤਾਂ ਇੱਕ ਇਹੋ ਜਿਹਾ ਆਪਾਂ ਕਹਿ ਲਈਏ ਕਿ ਇੱਕ ਦੈਂਤ ਹੈ, ਇੱਕ ਡਰੈਗਨ ਹੈ, ਜਿਹਨੇ ਪੂਰੇ ਦੇਸ਼ ਨੂੰ ਨਹੀਂ ਸਗੋਂ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਨੂੰ ਆਪਣੇ ਜਿਹੜਾ ਹੈਗਾ ਜਵਾੜੇ ਦੇ ਵਿੱਚ ਜਿਹੜਾ ਹੈ ਫੜਿਆ ਹੋਇਆ ਹੈ ਜੀ। ਹੁਣ ਇਹਦੇ 'ਚ ਕਿੰਨੀ ਕਿਹਦੀ ਇਨਵੋਲਵਮੈਂਟ ਹੈ ਜਾਂ ਹੋਰ ਹੈ, ਇਹ ਤਾਂ ਜਦੋਂ ਉਹਦੇ 'ਤੇ ਕੋਈ ਨਿਰਪੱਖ ਗੱਲ ਹੋਏਗੀ ਜਾਂ ਹੋਰ ਹੈ। ਹੁਣ ਇਸ ਮਾਮਲੇ ਦੇ ਵਿੱਚ ਤਾਂ ਨਿਰਪੱਖ ਅਜੇ ਤੱਕ ਕੋਈ ਸਾਹਮਣੇ ਸਾਡੇ ਇਹ ਨਹੀਂ ਨਿਖਰ ਕੇ ਕੋਈ ਮਾਮਲਾ ਨਹੀਂ ਸਾਹਮਣੇ ਆਇਆ। ਕੀ ਮਾਪਦੰਡ ਹੋਵੇ ਨਿਰਪੱਖਤਾ ਦਾ, ਕਿਸ ਤਰ੍ਹਾਂ ਹੋਵੇ, ਕਿੱਦਾਂ ਹੋਵੇ। ਹੁਣ ਦੇਖੋ ਪੋਲੀਟੀਕਲੀ ਇਹ ਹੈ, ਇੱਕ ਪਾਸੇ ਮਨੀਸ਼ ਸਿਸੋਦੀਆ CBI ਦੀ ਗ੍ਰਿਫਤ ਦੇ ਵਿੱਚ ਹੈ, ਦੂਜੇ ਪਾਸੇ ਵਿਜੀਲੈਂਸ ਪੰਜਾਬ ਦੀ ਗ੍ਰਿਫਤ ਦੇ ਵਿੱਚ ਕਿੰਨੇ ਹੀ ਜਿਹੜੇ ਭਾਵੇਂ ਜਿਹੜਾ ਹੈਗਾ ਆਸ਼ੂ ਹੋਵੇ, ਭਾਵੇਂ ਧਰਮਸੋਤ ਹੋਵੇ, ਭਾਵੇਂ ਜਿਹੜਾ ਹੈਗਾ ਆਪਣਾ ਇਹ ਠੇਕੇਦਾਰ ਮਦਨ ਲਾਲ ਹੋਵੇ,
ਤੇ ਭਾਵੇਂ ਹੋਰ ਹੋਣ, ਅਫਸਰਸ਼ਾਹੀ ਦੇ ਵਿੱਚੋਂ ਲੋਕ ਹੋਣ ਜਾਂ ਹੋਰ ਹੈ। ਹੁਣ ਪੱਤਰਕਾਰ ਲਈ ਇਹ ਐਨਾਲਿਸਿਸ ਕਰਨਾ ਔਖਾ ਹੋ ਜਾਂਦਾ ਹੈ ਕਿ ਜੇ ਉਹ ਇਹ ਕਹਿੰਦਾ ਕਿ ਨਹੀਂ ਮਨੀਸ਼ ਸਿਸੋਦੀਆ ਤਾਂ ਸਹੀ ਹੈ, ਉੱਥੇ CBI ਗਲਤ ਹੈ, ਫਿਰ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਵਾਲੇ ਬੰਦੇ ਵੀ ਸਹੀ ਨੇ ਤੇ ਵਿਜੀਲੈਂਸ ਗਲਤ ਹੈ। ਇਹ ਇੱਕ ਸਭ ਤੋਂ ਵੱਡੀ ਜਿਹੜੀ ਹੈਗੀ ਇਹ ਸਮੱਸਿਆ ਹੈ। ਇਹਦਾ ਜਿਹੜਾ ਹੱਲ ਹੈ, ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਇੱਦਾਂ ਦੀਆਂ ਇੰਟੈਲੀਜੈਂਸ ਜਾਂ ਜਿਹੜੀਆਂ ਇਨਵੈਸਟੀਗੇਟਿੰਗ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਇਮਾਨਦਾਰੀ ਹੈ, ਉਹਨਾਂ ਦੇ ਅਫਸਰਾਂ 'ਚ ਕਿੰਨੀ ਕੁ ਇਮਾਨਦਾਰੀ ਹੈ, ਉਹ ਪੋਲੀਟੀਕਲੀ ਕਿਹਦੇ ਕਹੇ ਤੋਂ ਕਿੰਨਾ ਕੰਮ ਕਰਦੇ ਆ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਜਿਹੜਾ ਇਹ ਮਨੀਸ਼ ਸਿਸੋਦੀਆ ਦਾ ਜਿਹੜਾ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ, ਉਹਨੂੰ ਪਹਿਲੇ ਕਈ ਵਾਰੀ ਉਹਨੂੰ ਜਿਹੜਾ ਸੀ ਕੁਐਸਚਨ ਕੀਤਾ ਗਿਆ, ਬੁਲਾ ਕੇ ਪੁੱਛਗਿੱਛ ਕੀਤੀ ਗਈ, ਫਿਰ ਅਲਟੀਮੇਟਲੀ ਅਖੀਰ ਦੇ ਵਿੱਚ ਉਹਨੂੰ ਕਿਹਾ ਕਿ ਨਹੀਂ ਇਹ ਸਹਿਯੋਗ ਨਹੀਂ ਦੇ ਰਿਹਾ, ਇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਫਿਰ ਉਹਨਾਂ ਦਾ ਦੁਬਾਰਾ ਰਿਮਾਂਡ, ਫਿਰ ਰਿਮਾਂਡ ਦੇ ਵਿੱਚ ਵਾਧਾ, ਹਾਲਾਂਕਿ ਪਹਿਲਾਂ ਕਦੇ ਕੋਈ ਇਦਾਂ ਦਾ ਹੋਇਆ ਨਹੀਂ ਕਿ ਫਿਰ ਉਸ ਤੋਂ ਬਾਅਦ ਤਾਂ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਜਾਂਦਾ, ਜੇ ਹੋਵੇ ਕਿ ਬੰਦਾ ਦੌੜ ਨਾ ਜਾਵੇ, ਇਹ ਉਹਨੂੰ ਡਰ ਹੋਵੇ ਤਾਂ। ਤੇ ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਵਿੱਚ ਪੈਰਲਲ ਜਿਹੜਾ ਹੈ ਸਾਰਾ ਕੁਝ ਇੱਥੇ ਵਿਜੀਲੈਂਸ ਕਰ ਰਿਹਾ। ਹੁਣ ਇੱਕ ਪਾਸੇ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਤੁਸੀਂ ਗੱਲ ਕੀਤੀ ਹੈ, ਉਹ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਜਿਹੜਾ ਹੈ ਜਿੰਨਾ ਕੰਮ ਕੀਤਾ ਹੈ ਜਾਂ ਹੋਰ ਅਰਵਿੰਦ ਕੇਜਰੀਵਾਲ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਸਿਸੋਦੀਆ ਨੇ ਕੀਤਾ ਹੈ, ਇਹ BJP ਨੂੰ ਹਜ਼ਮ ਨਹੀਂ ਹੋ ਰਿਹਾ ਇਸ ਕਰਕੇ। ਤੇ ਪਰ ਫਿਰ ਇਹ ਜਿਹੜਾ ਇੱਥੇ ਪੰਜਾਬ ਦੇ ਵਿੱਚ ਜੋ ਵਿਜੀਲੈਂਸ ਕਰ ਰਿਹਾ ਹੁਣ ਜਿਹੜਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਜਿਹੜਾ ਤਹਿਤ, ਤੇ ਫਿਰ ਇੱਥੇ ਉਹ ਕਿੱਦਾਂ ਇਸ ਗੱਲ ਨੂੰ ਜਿਹੜਾ ਜਸਟੀਫਾਈ ਕਰਨਗੇ ਵੀ ਅਸੀਂ ਇੱਥੇ ਸਹੀ ਕਰ ਰਹੇ ਹਾਂ। ਸੋ ਇਸ ਕਰਕੇ ਜਿਹੜਾ ਮੈਂ ਤਾਂ ਜਿਹੜੀ ਗੱਲ ਇਹਦੇ ਸਮਝਦਾ ਕਿ ਭਾਵੇਂ ਉਹ CBI ਕਰ ਰਹੀ ਹੈ, ਭਾਵੇਂ ED ਕਰ ਰਹੀ ਹੈ, ਭਾਵੇਂ ਵਿਜੀਲੈਂਸ ਬਿਊਰੋ ਕਰ ਰਹੀ ਹੈ, ਉੱਥੇ ਉਹ ਲੋਕ ਕੌਣ ਨੇ ਜਿਹੜੇ ਉਸ ਇੰਟੈਰੋਗੇਟ ਕਰ ਰਹੇ ਨੇ ਜਾਂ ਉਹਦੀ ਇਨਵੈਸਟੀਗੇਸ਼ਨ ਜਿਹੜੀ ਜਾਂਚ ਕਰ ਰਹੇ ਨੇ, ਉਹ ਛੇਤੀ ਉਹਨਾਂ ਨੂੰ ਕਿਸੇ ਜਿਹੜਾ ਹੈਗਾ ਡਿਸੀਜਨ ਜਿਹੜਾ ਐਂਡ ਤੇ ਪਹੁੰਚਣਾ ਚਾਹੀਦਾ, ਤਾਂ ਕਿ ਲੋਕਾਂ ਦੇ ਅੱਗੇ ਗੱਲ ਸਾਹਮਣੇ ਆ ਸਕੇ ਵੀ ਆਹ ਦੇਖੋ ਇੰਨਾ ਕੰਮ ਇਹਦੇ ਆਹ ਕੀਤਾ ਸੀ, ਇੰਨਾ ਇਹਦੇ 'ਚ ਆਹ ਸ਼ਾਮਲ ਹੈ ਜਾਂ ਹੋਰ ਹੈ। ਹੁਣ ਜਿਹੜੀ ਦੇਖੋ ਥੋੜ੍ਹਾ ਜਿਹਾ ਇਹਦੇ 'ਚ ਫਰਕ ਇਹ ਹੈ ਕਿ ਜਿਹੜੀ ਐਕਸਾਈਜ਼ ਪਾਲਿਸੀ ਹੈ ਦਿੱਲੀ ਦੀ, ਜਾਂ ਬਾਅਦ 'ਚ ਪੰਜਾਬ ਦੇ ਤਾਂ ਵਿਰੋਧੀ ਧਿਰਾਂ ਵਾਲੇ ਵੀ ਕਹਿੰਦੇ ਆ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਉਹਦਾ ਹਿੱਸਾ ਹੀ ਆ, ਹਾਲਾਂਕਿ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ 'ਚ ਕਿੰਨੀ ਕੁ ਤਬਦੀਲੀ ਕੀਤੀ ਹੈ। ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਹੜੇ ਪੁਰਾਣੇ ਪੱਤਰਕਾਰ ਆ, ਕਿ ਉਹਦੇ 'ਚ ਹੈ ਕਿ ਦੋ ਹੀ ਗੱਲਾਂ ਨੇ, L1 L2, ਜਿਹੜਾ ਉਹਨਾਂ ਦੇ ਲਾਇਸੈਂਸਾਂ ਦਾ ਮਸਲਾ ਹੁੰਦਾ ਕਿ ਕਿਹਨੂੰ ਕਿੰਨਾ ਕੰਮ ਦੇਣਾ, ਕਿਹਨੂੰ ਕਿੰਨਾ ਕੰਮ ਦੇਣਾ, ਹੁਣ ਤੱਕ ਇਹੀ ਹੁੰਦਾ ਆ ਰਿਹਾ। ਤੇ ਜਿਹੜੇ ਲਿਕਰ ਬੈਰਨ ਨੇ, ਜਿਹੜੇ ਵੱਡੇ ਜਿਹੜੇ ਵਪਾਰੀ ਨੇ, ਉਹ ਉਹੀ ਨੇ, ਭਾਵੇਂ ਇੱਥੇ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਭਾਵੇਂ ਅਕਾਲੀ ਦਲ ਦੀ ਹੋਵੇ, ਹੁਣ ਆਮ ਆਦਮੀ ਪਾਰਟੀ ਦੀ ਹੋਵੇ, ਕਿਉਂਕਿ ਉਸ ਕਾਰੋਬਾਰ ਦੇ ਵਿੱਚ ਨੇ ਤੇ ਉਹਨਾਂ ਨੇ ਤਾਂ ਉਹੀ ਕਾਰੋਬਾਰ ਜਿਹੜਾ ਕਹਿੰਦੇ ਹੁੰਦੇ ਨਾ ਕਿ ਘਾਈਆਂ ਨੇ ਤਾਂ ਘਾਈ ਖੋਤਣਾ, ਤੇ ਉਹ ਹੁਣ ਇਹ ਨਹੀਂ ਆ ਸਕਦਾ ਕਿ ਕੋਈ ਹੋਰ ਬੰਦਿਆਂ ਨੂੰ ਲੈ ਕੇ ਆਉਣ ਜਾਂ ਜਿੱਦਾਂ ਦਾ ਹੋ ਰਿਹਾ। ਹੁਣ ਜਿਹੜਾ ਦਿੱਲੀ ਦੇ ਵਿੱਚ ਜੋ ਇਹ ਸਾਰਾ ਕੁਛ ਜਿਹੜੀ CBI ਜਿਹੜੀ ਹੈ ਦਿੱਲੀ ਦੇ ਵਿੱਚ ਕਰ ਰਹੀ ਹੈ, ਤੇ ਉਹ ਸਿਰਫ ਤੇ ਸਿਰਫ ਜਿਹੜੀ ਉਸ ਐਕਸਾਈਜ਼ ਪਾਲਿਸੀ ਨੂੰ ਦੇਖੋ, LG ਨੇ ਜਿਹੜੀ ਐਕਸਾਈਜ਼ ਪਾਲਿਸੀ ਨੂੰ ਬਾਅਦ ਦੇ ਵਿੱਚ ਜਿਹੜਾ ਸੀ ਉਹ ਕੀਤਾ ਵੀ ਨਹੀਂ, ਇਹ ਜਿਹੜੀ ਹੈ ਠੀਕ ਨਹੀਂ, ਉਹਨੂੰ ਰੱਦ ਕਰਤਾ ਇੱਕ ਤਰ੍ਹਾਂ ਦਾ। ਤੇ ਹੁਣ ਉਹਦੇ ਦੇ ਉੱਤੇ ਅੱਗੋਂ ਤਾਂ ਇਹ ਗੱਲ ਜਿਹੜੀ ਹੈ ਉਸ ਲੈਵਲ 'ਤੇ ਤਾਂ ਚੱਲ ਸਕਦੀ ਹੈ, ਪਰ ਹੁਣ ਇਹਦੇ 'ਤੇ ਜਿਹੜੀ CBI ਨੂੰ ਸਾਰਾ ਕੇਸ ਦਿੱਤਾ ਜਾਵੇ ਜੀ, ਇਹਦੇ 'ਚ ਤਾਂ ਪੈਸਾ ਸ਼ਾਮਲ ਹੈ। CBI ਨੇ ਹੁਣ ਤੱਕ ਕਿਤੇ ਵੀ ਨਹੀਂ ਇਹ ਦੱਸਿਆ ਇੰਨੇ ਵਾਰੀ ਜਿਹੜੀ ਸੀ ਜਾਂਚ ਕਰਕੇ ਜਾਂ ਹੋ ਰਿਹਾ ਕਿ ਉਹ ਪੈਸਾ ਕਿੱਥੇ ਹੈ, ਕਿਹਨੇ ਦਿੱਤਾ। ਬਿਲਕੁਲ ਪ੍ਰੀਤਮਪਾਲ ਜਿੱਦਾਂ ਕਹਿ ਰਹੇ ਜਾਂਚ ਦਾ ਮਾਮਲਾ, ਇੱਕ ਕਿਤੇ ਇਹ ਵੀ ਗੱਲ ਆਉਂਦੀ ਹੈ ਜਿਹੜੀ ਹੈਗੀ, ਅਸੀਂ ਆਪਣੇ ਦਰਸ਼ਕਾਂ ਨਾਲ ਵੀ ਹਮੇਸ਼ਾ ਬਹੁਤ ਸਾਰੇ ਮੁੱਦਿਆਂ 'ਤੇ ਇਸ ਮਾਮਲੇ 'ਚ ਮੀਡੀਆ ਦੇ 'ਚ ਗੱਲਾਂ ਆਉਂਦੀਆਂ ਰਹਿੰਦੀਆਂ। ਉਹ ਇਹ ਹੈ ਕਿ ਜਦੋਂ ਤਾਂ ਚਾਹੇ ਆਪ ਦੀ ਗੱਲ ਜਿੱਦਾਂ ਪ੍ਰੀਤਮਪਾਲ ਹੁਣੀ ਕਹਿ ਰਹੇ ਹੈ, ਜਾਂ ਆਪ ਵਾਲੇ ਪੰਜਾਬ ਦੇ ਵਿੱਚ ਕਾਂਗਰਸ 'ਤੇ ਕਰ ਰਹੇ, ਉਦੋਂ ਨਜ਼ਰੀਆ ਹੋਰ ਹੁੰਦਾ ਹੈ। ਫਿਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੇ ਭਾਜਪਾ 'ਚ ਚਲੇ ਜਾਂਦੇ ਹੈ, ਉਹ ਸਾਰੇ ਕਿਵੇਂ ਦੁੱਧ ਦੇ ਤੋਤੇ ਹੋ ਜਾਂਦੇ ਹੈ। ਹੁਣ ਪੰਜਾਬ ਦੇ ਵਿੱਚੋਂ ਕਈ ਸਾਬਕਾ ਕੈਬਨਿਟ ਮੰਤਰੀ, ਹਾਲਾਂਕਿ ਉਹਨਾਂ ਨੇ ਬਚਣ ਦੀ ਕੋਸ਼ਿਸ਼ ਕੀਤੀ, ਭਾਜਪਾ ਚਲੇ ਗਏ, ਪਰ ਫਿਰ ਵੀ ਦੋ ਤਿੰਨ ਇਹੋ ਜਿਹੇ ਹੈ ਕਿ ਜਿਹਨਾਂ 'ਚ ਇੱਕ ਦੋ ਤਾਂ ਜੇਲ੍ਹਾਂ 'ਚ ਵੀ ਬੈਠੇ ਹੈ, ਜਿਨ੍ਹਾਂ ਦੇ ਕੇਸ ਹੈ ਜਾਂ ਪੜਤਾਲ ਦਾ, ਜਾਂਚ ਪੜਤਾਲ ਦਾ ਵਿਜੀਲੈਂਸ ਤੇ ਦੂਜੀਆਂ ਏਜੰਸੀਆਂ ਦਾ ਸਾਹਮਣਾ ਕਰ ਰਿਹਾ ਹੈ। ਜਾਣੀ ਇਹ ਜਾਟ ਸਟਿਕ ਇਸ ਕਰਕੇ ਵੀ ਕਿਧਰੇ ਜਿਹੜਾ ਹੈਗਾ ਬਹੁਤ ਵੱਡੇ ਸਵਾਲ ਉੱਠਦੇ ਹੈ ਕਿ ਜਦੋਂ ਇੱਕ ਸਰਕਾਰ ਹੁੰਦੀ ਹੈ ਤਾਂ ਉਹਦਾ ਨਜ਼ਰੀਆ ਹੋਰ ਹੁੰਦਾ ਹੈ, ਦੂਜੀ ਸਰਕਾਰ ਵੇਲੇ ਨਜ਼ਰੀਆ ਹੋਰ ਹੁੰਦਾ। ਹੁਣ ਜਦੋਂ ਪੰਜਾਬ 'ਚ ਕਾਂਗਰਸ ਗੱਲ ਕਰਦੀ ਹੈ, ਜਿਹੜੇ ਸਾਬਕਾ ਕੈਬਨਿਟ ਮੰਤਰੀ ਰਹੇ ਉਹਨਾਂ 'ਤੇ ਜਿਹੜੇ ਕੇਸ ਬਣੇ ਉਹ ਵੱਖਰੀ ਗੱਲ ਹੈ। ਹੁਣ ਵਿਧਾਇਕਾਂ ਤੱਕ ਵੀ ਗੱਲ ਜਿਹੜੀ ਹੈਗੀ ਹੈ, ਵਿਧਾਇਕਾਂ ਨੇ ਕਿਸ ਤਰੀਕੇ ਨਾਲ ਜਿਹੜੇ ਪੰਚਾਇਤਾਂ ਦੇ ਫੰਡ ਖਾ ਲਏ, ਵਿਕਾਸ ਫੰਡ ਖਾ ਲਏ। ਹੁਣ ਜੇ ਸਾਡੇ ਸਿਸਟਮ ਜੀ ਇੰਨਾ ਕਿਧਰੇ ਨਿਗਾਰ ਆ ਗਿਆ, ਲੱਗਦਾ ਤਾਂ ਰਪਾਲ ਜੀ ਹੈ ਵੀ ਜਦ ਤੱਕ ਜਿਹੜੇ ਚਾਹੇ ਪੰਜਾਬ ਹੈ ਚਾਹੇ ਸਾਡੇ ਦੇਸ਼ ਦੇ ਲੋਕ ਹੈ, ਜੇ ਅਖਲਾਕ ਦੇ ਤੌਰ 'ਤੇ ਉਹ ਇਸ ਦੇ ਖਿਲਾਫ ਨਹੀਂ ਉੱਠਣਗੇ ਕਿ ਜੇ ਭ੍ਰਿਸ਼ਟਾਚਾਰ ਜਿਹੜਾ ਕਰ ਰਿਹਾ ਹੈ ਜਾਂ ਨੇਤਾ ਜਿਹੜਾ ਦੁਬਾਰਾ ਫਿਰ ਦੇਖੋ ਉਹੀ ਫਿਰ ਮੂੰਹ 'ਤੇ ਆਪਾਂ ਕਹਿੰਦੇ ਨੇ ਛਿੱਟੇ ਮਾਰ ਕੇ ਫਿਰ ਆ ਗਿਆ, ਜਿਹੜਾ ਵੀ ਸੁਚੇਤ ਹੋ ਗਿਆ, ਨੀਂਦ ਤੋਂ ਉੱਠ ਕੇ ਬਾਹਰ ਆ ਗਿਆ, ਅਤੇ ਉਹੀ ਨੇਤਾ ਫਿਰ ਅੱਗੇ ਸਾਹਮਣੇ ਆ ਜਾਂਦੇ।
ਉਹੀ ਆਗੂ ਫੇਰ ਅੱਗੇ ਆ ਕੇ ਇਹ ਇੱਕ ਵੱਡਾ ਮੁੱਦਾ, ਇਸ ਮੁੱਦੇ ਦਾ ਨਾਲ ਜੁੜਿਆ ਵਾ ਇੱਕ ਅਗਲਾ ਪਹਿਲੂ ਪ੍ਰਿਤਪਾਲ, ਉਹ ਵੀ ਅਹਿਮ ਹੈ। ਉਸ ਮੁੱਦੇ ਤੇ ਮੈਂ ਜ਼ਰੂਰ ਆਪਾਂ ਚਰਚਾ ਕਰਨੀ ਚਾਹਾਂਗੇ। ਹੋ ਗਿਆ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੇ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਮੁੱਦੇ ਦੇ ਉੱਤੇ ਲੈ ਕੇ ਵੀ ਪੋਲੀਟੀਕਲ ਪਾਰਟੀਆਂ ਨੂੰ ਲੜਨਾ ਤਾਂ ਚਾਹੀਦਾ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ। ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਉਹਦੇ ਤੇ, ਕਿਉਂਕਿ ਇਸ ਹਮਾਮ 'ਚ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਸਾਰੇ ਨੰਗੇ ਹੈ, ਕਾਂਗਰਸ ਵਾਲੇ ਸਭ ਤੋਂ ਜ਼ਿਆਦਾ ਹੈ। ਇੱਦਾਂ ਹੀ ਜਿਹੜਾ ਹੈਗਾ ਅਕਾਲੀਆਂ ਦੇ ਉੱਪਰ ਵੀ ਕੇਸਿਸ ਬਣੇ ਹੋਏ ਹੈ। ਹੁਣ ਉਹਦੀ ਬਜਾਏ ਤੂੰ ਮੈਂ ਜਿਹੜਾ ਹੈਗਾ ਇੱਦਾਂ ਹੀ ਜਿਹੜਾ ਗਵਰਨਰ ਤੇ ਇਸ ਤਰੀਕੇ ਨਾਲ ਜਿਹੜਾ ਭਗਵੰਤ ਮਾਨ ਦਾ, ਦੇਖੋ ਆਪਾਂ ਸੀਨੀਅਰ ਜਰਨਲਿਸਟ ਜਿਹੜਾ ਹੈਗਾ, ਹੋਰ ਆਪਣੇ ਵਰਗੇ ਬਹੁਤ ਸਾਰੇ ਦੋਸਤ ਜਿਹੜੇ ਪੰਜਾਬ ਨੂੰ ਕਵਰ ਕਰਦੇ ਹੈ, ਕਿੰਨੇ ਦਿਨ ਇੱਕ ਗੈਰ ਯਕੀਨੀ ਦੀ ਹਾਲਤ ਪੰਜਾਬ 'ਚ ਬਣੀ ਰਹੀ ਕਿ ਸ਼ਾਇਦ ਸਰਕਾਰ ਟੁੱਟ ਸਕਦੀ ਹੈ, ਸਰਕਾਰ ਲਈ ਕੋਈ ਖਦਸ਼ਾ ਪੈਦਾ ਹੋ ਸਕਦਾ ਹੈ। ਕਈਆਂ ਨੇ ਤਾਂ ਕਾਲ 'ਚ ਆ ਕੇ ਕਿਹਾ ਵੀ ਕਿ ਜੀ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ। ਜਾਣੀ ਇਹੋ ਜਿਹੀਆਂ ਸਥਿਤੀਆਂ ਲੱਗਦਾ ਕਿ ਜਿੱਦਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਹੈ, ਉਹਨਾਂ ਮੁੱਦਿਆਂ 'ਤੇ ਸੰਜੀਦਗੀ ਨਾਲ ਬਹਿਸ ਕਰਨ ਦੀ ਬਜਾਏ ਇਹ ਡੰਗ ਟਪਾਊ ਕਰਦੇ ਆ ਇੱਕ ਦੂਜੇ ਦੇ ਗਿੱਟੇ ਛਾਂਗਣ ਦੇ ਲਈ। ਨਹੀਂ, ਤੁਹਾਡੀ ਗੱਲ ਇਹ ਜਗਤਾਰ ਜੀ ਬਿਲਕੁਲ ਠੀਕ ਹੈ ਕਿ ਹਾਲਾਂਕਿ ਵਿਧਾਨ ਸਭਾ ਇੱਕ ਇਹੋ ਜਿਹੀ ਚੀਜ਼ ਹੈ, ਜਿਹੜਾ ਸਦਨ ਹੈ, ਇੱਦਾਂ ਦੀ ਸੰਸਥਾ ਹੈ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਕੇ ਬੈਠ ਕੇ ਸਿਰ ਜੋੜ ਕੇ ਉਹਨਾਂ ਨੇ ਸੂਬੇ ਦੀ ਭਲਾਈ, ਲੋਕਾਂ ਦੀ ਭਲਾਈ ਲਈ ਗੱਲਾਂ ਕਰਨੀਆਂ ਹੁੰਦੀਆਂ, ਨੀਤੀਆਂ ਘੜਨੀਆਂ ਹੁੰਦੀਆਂ ਜਾਂ ਹੋਰ ਹੈ। ਤੇ ਪਰ ਉਸ ਫਲੋਰ ਨੂੰ ਵਰਤਿਆ ਜਾਂਦਾ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਲਈ ਤੇ ਇੱਕ ਦੂਜੇ ਦੇ ਕਿਹੜਾ ਕੱਢਣ ਲਈ, ਜਾਂ ਜੇ ਵਿਰੋਧੀ ਧਿਰ ਦਾ ਹਮੇਸ਼ਾ ਇਹ ਹੁੰਦਾ ਹੈ ਕਿ ਸਰਕਾਰ ਕਿਸੇ ਗੱਲ ਦੇ ਵਿੱਚ ਕਾਮਯਾਬ ਨਾ ਹੋਵੇ, ਅਸੀਂ ਉਹਦੇ ਢਿੱਕਾ ਕਿਵੇਂ ਜਿਹੜਾ ਹੈਗਾ ਪਾਉਣਾ ਵਿੱਚ। ਤੇ ਜਾਂ ਜਿਹੜਾ ਹੁੰਦਾ ਸੱਤਾਧਾਰੀ ਧਿਰ ਇਹ ਸੋਚਦੀ ਹੁੰਦੀ ਹੈ ਕਿ ਵਿਰੋਧੀ ਧਿਰ ਦਾ ਕੋਈ ਲੀਡਰ ਕੋਈ ਵੱਡੀ ਗੱਲ ਨਾ ਕਰ ਜੇ, ਕਿਤੇ ਸਾਥੋਂ ਕੋਈ ਵੱਡੀ ਕੋਈ ਡੈਮੋਕ੍ਰੇਟਿਕ ਗੱਲ ਨਾ ਕਰ ਜੇ ਤੇ ਸਰਕਾਰ ਨੂੰ ਉਹਦਾ ਜਵਾਬ ਦੇਣਾ ਪੈ ਜੇ, ਜਾਂ ਕੋਈ ਇਦਾਂ ਦੇ ਸਵਾਲ। ਸੋ ਇਸ ਕਸ਼ਮਕਸ਼ ਦੇ ਵਿੱਚ ਜਿਹੜੀ ਸਾਰੀ ਗੱਲ ਨਿਕਲ ਜਾਂਦੀ ਹੈ। ਮੈਂ ਦੁਬਾਰਾ ਫਿਰ ਉਹ ਗੱਲ ਇਹ ਕਰਦਾ ਕਿ ਪੰਜਾਬ ਦੇ ਗਵਰਨਰ ਨੇ ਆਪਣੇ ਭਾਸ਼ਣ ਦੇ ਵਿੱਚ ਅਖੀਰ ਦੇ ਵਿੱਚ ਜਿਹੜੀਆਂ 2-3 ਗੱਲਾਂ ਕਹੀਆਂ, ਮੇਰਾ ਖਿਆਲ ਹੈ ਕਿ ਸਾਰੇ ਜਿਹੜੇ MLAs ਨੇ ਉਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਣੀਆਂ, ਕਿਉਂਕਿ ਇੱਥੇ ਕੋਈ ਵਿਪ ਵਾਲੀ ਗੱਲ ਤਾਂ ਹੈ ਨਹੀਂ। ਜੇ ਤਾਂ ਕੋਈ ਮੁੱਦਾ ਇਦਾਂ ਦਾ ਹੋਵੇ, ਕੋਈ ਕਿਤੇ ਮੈਜੋਰਟੀ ਸ਼ੋਅ ਕਰਨ ਦਾ ਮੁੱਦਾ ਹੋਵੇ, ਕਿਸੇ ਬਿੱਲ ਦੇ ਉੱਪਰ ਕੋਈ ਗੱਲ ਹੋਵੇ ਤਾਂ ਉਹ ਗੱਲ ਹੁੰਦੀ ਆ। ਅਦਰਵਾਈਜ਼ ਗਵਰਨਰ ਦਾ ਭਾਸ਼ਣ ਤਾਂ ਸਾਰਿਆਂ ਦਾ ਸਾਂਝਾ ਹੁੰਦਾ। ਦੂਸਰੀ ਗੱਲ ਹੈ ਕਿ ਸਾਰੇ ਨੁਮਾਇੰਦੇ ਨੇ, ਭਾਵੇਂ ਕਿਸੇ ਪਾਰਟੀ ਦੇ ਨੇ, ਚੁਣ ਕੇ ਲੋਕਾਂ ਨੇ ਭੇਜੇ ਨੇ, ਲੋਕਾਂ ਨੇ ਉਹਨਾਂ 'ਚ ਵਿਸ਼ਵਾਸ ਪ੍ਰਗਟ ਕੀਤਾ, ਉਹਨਾਂ ਨੂੰ ਲੋਕਾਂ ਦੇ ਮੁੱਦੇ ਜਾਂ ਹੋਰ ਉਹ 'ਤੇ ਗੱਲ ਕਰਨੀ ਚਾਹੀਦੀ ਹੈ। ਪਰ ਉਹ ਗੱਲ ਇੰਨੀ ਤੂੰ ਮੈਂ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਉੱਥੋਂ ਤੱਕ ਉਹ ਪਹੁੰਚਦੀ ਹੈ ਕਿ ਉਹਨੂੰ ਜ਼ਾਤੀ ਤੌਰ 'ਤੇ ਜਿਹੜਾ ਹੈ ਲੈਂਦੇ ਆ। ਕਈ ਵਾਰ ਤਾਂ ਬਾਹਾਂ ਚੜਾਉਣ ਤੱਕ ਨਾਬਤ ਆ ਜਾਂਦੀ ਹੈ, ਮਤਲਬ ਕਿ ਇੱਦਾਂ ਤਾਂ ਵੀ ਆ ਜਾ ਤੂੰ, ਮੈਂ ਤੈਨੂੰ ਦੇਖ ਲੈਣਾ, ਤੂੰ ਮੈਨੂੰ ਦੇਖ ਲੈਣਾ। ਉਹ ਐਡੀ ਸ਼ਰਮਸ਼ਾਰ ਕਰਦੇ ਆ ਕਿ ਲੋਕਾਂ ਨੇ ਲੋਕ ਚੁਣ ਕੇ ਭੇਜੇ ਨੇ, ਜਿਹੜੇ ਸਾਡੇ ਆਮ ਆਵਾਮ ਨੇ। ਸੋ ਇਸ ਤਰ੍ਹਾਂ ਦਾ ਮੈਂ ਸਮਝਦਾ ਕਿ ਸੈਸ਼ਨ ਨੂੰ ਤਾਂ ਬੜੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਤੇ ਕਿਉਂਕਿ ਲੋਕਾਂ ਦੀ ਨਿਗਾਹ ਹਮੇਸ਼ਾ ਜਿਹੜੀ ਸੈਸ਼ਨ 'ਤੇ ਹੁੰਦੀ ਹੈ। ਹੁਣ ਭਾਵੇਂ ਮੀਡੀਆ ਜ਼ਿਆਦਾ ਇਹਦੇ ਲਈ ਸਰਗਰਮ ਹੋ ਗਿਆ, ਸੋਸ਼ਲ ਮੀਡੀਆ ਸਰਗਰਮ ਹੋ ਗਿਆ, ਪਰ ਕਿਸੇ ਵੇਲੇ ਜਦੋਂ ਟੈਲੀਵਿਜ਼ਨ ਵੀ ਨਹੀਂ ਸੀ ਤੇ ਲੋਕ ਅਖਬਾਰ ਉਡੀਕਦੇ ਰਹਿੰਦੇ ਸੀ ਕਿ ਕੀ ਜਿਹੜੀ ਗੱਲ ਅੱਜ ਕਿਸੇ ਮੰਤਰੀ ਨੇ ਕੀਤੀ ਹੈ, ਕੀ ਸਾਡੇ ਇਲਾਕੇ ਦੀ ਕੋਈ ਉਹਦੇ 'ਚ ਕੋਈ ਸਮੱਸਿਆ ਕੋਈ ਆਈ ਹੈ ਕਿ ਨਹੀਂ ਆਈ ਹੈ। ਲੋਕਾਂ ਦਾ ਇੰਨਾ ਧਿਆਨ ਹੁੰਦਾ ਇਹਦੇ ਵੱਲ, ਸੈਸ਼ਨ ਵੱਲ। ਤੇ ਜੇ ਤੁਸੀਂ ਇਹ ਸਮਝੋ ਕਿ ਉਸ ਫਲੋਰ ਨੂੰ ਤੁਸੀਂ ਸਿਰਫ ਆਪਣੀ ਜ਼ਾਤੀ ਮਫਾਦ ਲਈ ਜਾਂ ਆਪਣੇ ਸਿਆਸੀ ਮਫਾਦ ਲਈ ਵਰਤਣਾ ਹੈ, ਮੈਨੂੰ ਲੱਗਦੀ ਇਹ ਗੱਲ ਬਿਲਕੁਲ ਨਜ਼ਰੀਆ। ਇਹਦੇ 'ਚ ਪ੍ਰੀਤਮਪਾਲ ਇਹ ਵੀ ਹੈਗਾ, ਅਸੀਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਦੇਖੋ ਜਿੱਦਾਂ ਪ੍ਰੀਤਮਪਾਲ ਹੁਣੀ ਕਹਿ ਰਿਹਾ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ, ਬਜਟ ਸੈਸ਼ਨ, ਇੱਕ ਅਹਿਮ ਖਾਸ ਤੌਰ 'ਤੇ ਇਸ ਕਰਕੇ ਵੀ ਅਹਿਮ ਮੰਨਿਆ ਜਾ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਮੁਕੰਮਲ ਜੇ ਕਿਹਾ ਜਾਵੇ ਤਾਂ ਪਲੇਠਾ ਬਜਟ ਸੈਸ਼ਨ ਹੈ, ਜਿਹੜਾ ਕਿ ਮੁਕੰਮਲ ਤੌਰ 'ਤੇ ਪੰਜਾਬ ਦੀ ਰੂਪਰੇਖਾ, ਪੰਜਾਬ ਦੇ ਲਈ ਕੀ ਰੱਖਿਆ ਜਾ ਸਕਦਾ, ਪੰਜਾਬ ਦਾ ਕੀ ਭਵਿੱਖ ਹੈ, ਸਾਰੇ ਮੁੱਦਿਆਂ 'ਤੇ ਚਰਚਾ ਜਿਹੜੀ ਹੈਗੀ ਜਾਂ ਉਹਦੀ ਰੂਪਰੇਖਾ ਸਾਹਮਣੇ ਆਏਗੀ। ਹੁਣ ਇਹਨਾਂ ਮੁੱਦਿਆਂ 'ਤੇ ਗੱਲ ਤਾਂ ਹੋਣੀ ਚਾਹੀਦੀ ਹੈ। ਜੇ ਵਿਰੋਧੀ ਤਰ੍ਹਾਂ ਦੀ ਇੱਕ ਭੂਮਿਕਾ ਹੁੰਦੀ ਹੈ, ਆਪਾਂ ਉਹਨਾਂ ਭੂਮਿਕਾ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜੋ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ, ਚਾਹੇ ਰੁਜ਼ਗਾਰ ਦੀ ਗੱਲ ਕਰ ਲਈਏ, ਚਾਹੇ ਜਿਹੜੀਆਂ ਔਰਤਾਂ ਉਹਨਾਂ ਲਈ 1000 ਰੁਪਇਆ ਦੇਣ ਦੀ ਗੱਲ ਕਰ ਲਈਏ, ਇਸ ਤਰ੍ਹਾਂ ਹੀ ਜਿਹੜਾ ਪੰਜਾਬ ਦੀ ਜਿਹੜੀ ਖੇਤੀ ਨੀਤੀ ਦੀ ਗੱਲ ਕਰ ਲਈਏ, ਦੂਜੇ ਇਸ਼ੂਜ਼ ਹੈਗੇ ਆ, ਇੰਡਸਟਰੀ ਦੀ ਗੱਲ ਕਰ ਲਈਏ। ਹੁਣ ਪਿਛਲੇ ਦਿਨਾਂ 'ਚ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈਗਾ ਵਿਕਾਸ ਸੰਮੇਲਨ ਦੇ ਨਾਂ 'ਤੇ ਸਮਿਟ ਸੰਮੇਲਨ ਜਿਹੜਾ ਹੈਗਾ ਕੀਤਾ, ਉਹਦੇ 'ਚ ਵੀ ਉਹਨੇ ਦਾਅਵਾ ਕੀਤਾ ਕਿ ਵੱਡੇ ਵੱਡੇ ਇੰਡਸਟਰੀਜ਼ ਅਤੇ ਹੋਰ ਕਾਰੋਬਾਰੀ ਪੰਜਾਬ 'ਚ ਆ ਰਹੇ। ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਆ ਉਹ ਕਹਿ ਰਿਹਾ ਕਿ ਜਿੱਦਾਂ ਦੀ ਪੰਜਾਬ ਦੀ ਸਥਿਤੀ ਹੈ ਇੱਥੇ ਕਿਹੜਾ ਕਾਰੋਬਾਰੀ ਆਏਗਾ। ਸੋ ਇੱਦਾਂ ਦੇ ਮੁੱਦਿਆਂ 'ਤੇ ਚਰਚਾ ਹੋਵੇ ਤਾਂ ਸੰਭਵ ਇਹ ਗੱਲ ਦਾ ਲੱਗਦਾ ਹੈ ਕਿ ਵੀ ਕੋਈ ਨਾ ਕੋਈ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਲੋਕ ਮੁੱਦਿਆਂ ਦੀ ਗੱਲ ਕਰਨਗੇ। ਕਿਤੇ ਪ੍ਰੀਤਮਪਾਲ ਇਹ ਵੀ ਲੱਗਦਾ ਹੈ ਕਿ ਜਿਹੜੀਆਂ ਹਾਕਮ ਧਿਰਾਂ ਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਵੀ ਹੁੰਦੀਆਂ, ਆਪਣੇ ਵਰਗੇ ਜਿਹੜੇ ਜਰਨਲਿਸਟ ਮੀਡੀਆ ਉੱਥੇ ਬੈਠਾ ਹੁੰਦਾ, ਉਹਨੂੰ ਲੱਗਦਾ ਵੀ ਜਿਹੜਾ ਸਭ ਤੋਂ ਵੱਧ ਰੌਲਾ ਪਾਏਗਾ, ਜਿਹੜਾ ਸਭ ਤੋਂ ਵੱਧ ਜਿੰਦਾਬਾਦ ਮੁਰਦਾਬਾਦ ਕਰੇਗਾ, ਉਹੀ ਸੁਰਖੀਆਂ ਬਟੋਰੇਗਾ। ਜਾਣੀ ਉੱਥੇ ਮੁੱਦਿਆਂ ਦੀ ਬਜਾਏ ਕਈ ਵਾਰੀ ਦੌੜ ਇੱਦਾਂ ਨਹੀਂ ਲੱਗਦਾ ਕਿ ਦੌੜ ਇਸ ਗੱਲ 'ਤੇ ਲੱਗਣੀ ਹੁੰਦੀ ਹੈ
ਕਿ ਅਗਲੇ ਦਿਨ ਜਾਂ ਉਸ ਦਿਨ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਕਿ ਅਸੀਂ ਸੁਰਖੀਆਂ ਕਿਵੇਂ ਬਟੋਰਦੇ ਹਾਂ, ਮੁੱਦਿਆਂ ਦੀ ਬਜਾਏ ਉਹਨਾਂ ਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਅਕਸਰ ਕਿਹਾ ਜਾਂਦਾ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ 'ਚ ਦਿੰਦੀ ਹੈ, ਕੰਮ ਹੋਵੇ ਚਾਹੇ ਨਾ ਹੋਵੇ, ਪਰ ਇਸ਼ਤਿਹਾਰ ਦੇ ਕੇ ਆਪਣੀ ਬੱਲੇ ਬੱਲੇ ਖੱਟਣੀ। ਕਿਧਰੇ ਇਹ ਵੀ ਲੱਗਦਾ ਕਿ ਸੈਸ਼ਨ ਸਿਰਫ ਇਸ ਗੱਲ ਹੀ ਆਪਾਂ ਦੇਖਦੇ ਹਾਂ ਕਈ ਜਦੋਂ ਸੈਸ਼ਨ ਦੇ ਬਾਹਰ ਹੀ, ਸੈਸ਼ਨ ਦੇ ਅੰਦਰ ਤਾਂ ਸੈਸ਼ਨ ਰਪਾਲ ਜੀ ਆਪਾਂ ਦੇਖਦੇ ਹੁੰਦਾ ਹੀ ਹੈ, ਇੱਕ ਸੈਸ਼ਨ ਦੇ ਬਾਹਰ ਵੀ ਸੈਸ਼ਨ ਲੱਗਿਆ ਹੁੰਦਾ, ਉੱਥੇ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਹੈ, ਕੋਈ ਨਿੱਕੀ ਨਿੱਕੀ ਕੋਈ ਇੱਦਾਂ ਮਹਿੰਗਾਈ ਦੇ ਨਾਂ 'ਤੇ ਕੋਈ ਉੱਥੇ ਕੋਈ ਗੋਭੀ ਰੱਖੀ ਬੈਠਾ ਹੋਏਗਾ, ਕੋਈ ਆਲੂ ਰੱਖੀ ਬੈਠਾ ਹੋਏਗਾ, ਕੋਈ ਹੋਰ ਇੱਦਾਂ ਦੇ, ਜਾਣੀ ਉਹ ਮੁੱਦਿਆਂ ਦੀ ਲੱਗਦਾ ਕਿ ਮੁੱਦਿਆਂ ਦੀ ਗੱਲ ਨਹੀਂ, ਉਹ ਲੱਗਦਾ ਕਿ ਇੱਦਾਂ ਦੀ ਸੈਂਸੇਸ਼ਨਲਾਈਜ਼ ਕੀਤਾ ਜਾਵੇ, ਇੱਦਾਂ ਦਾ ਗੱਲ ਜਿਹੜੀ ਹੈ ਉਭਾਰ ਕੇ ਪੇਸ਼ ਕੀਤੀ ਜਾਏ ਕਿ ਅਸੀਂ ਮੀਡੀਆ 'ਚ ਕਿਵੇਂ ਆਉਂਦੇ ਹਾਂ, ਕਿ ਸੰਜੀਦਗੀ ਦੀ ਵੀ ਘਾਟ ਨਜ਼ਰ ਆਉਂਦੀ ਹੈ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਨੂੰ, ਲੱਗਦਾ ਇਸ ਤਰ੍ਹਾਂ। ਨਹੀਂ, ਇਹ ਦੋਵੇਂ ਗੱਲਾਂ ਨੇ ਜੀ। ਦੇਖੋ, ਚੁਣੇ ਹੋਏ ਨੁਮਾਇੰਦਿਆਂ ਦਾ ਆਪਣਾ ਲਾਲਚ ਹੋ ਸਕਦਾ ਹੈ ਕਿ ਸਾਡੀ ਗੱਲ ਵੱਧ ਤੋਂ ਵੱਧ ਜਾਵੇ, ਅਸੀਂ ਆਪਣਾ ਜਿਹੜਾ ਸਾਡਾ ਨੈਗੇਟਿਵ ਹੈ ਜਾਂ ਹੋਰ ਲੋਕਾਂ ਦੇ ਵਿੱਚ ਅਸੀਂ ਕਿਵੇਂ ਚਮਕਾਈਏ ਵੀ ਦੇਖੋ ਫਲਾਣੇ ਐਮਐਲਏ ਨੇ ਆਹ ਗੱਲ ਕੀਤੀ ਹੈ, ਫਲਾਣੇ ਆਹ ਕੀਤੀ ਹੈ। ਤੇ ਸਾਡੇ ਮੀਡੀਆ ਦਾ ਵੀ ਹੁਣ ਇਹੀ ਹਾਲ ਹੈ। ਹੁਣ ਜੇ ਮੀਡੀਆ ਬਿਨਾਂ ਕੋਈ ਸੋਚੇ ਸਮਝੇ, ਬਿਨਾਂ ਕੋਈ ਜਿਹੜੀ ਹੈਗੀ ਹੈ ਕ੍ਰਾਸ ਕੁਐਸਚਨਿੰਗ ਦੇ ਜਾਂ ਦੂਜੇ ਧਿਰ ਨੂੰ ਪੁੱਛੇ ਬਿਨਾਂ ਹੀ ਇੱਕੋ ਹੀ ਗੱਲ ਚਲਾ ਦਿੰਦਾ ਹੈ, ਜਿਵੇਂ ਹੁਣ ਤੁਸੀਂ ਹੁਣੇ G20 ਵਾਲੀ ਗੱਲ ਕਰਕੇ ਹਟਿਓ, ਸੋਸ਼ਲ ਮੀਡੀਆ ਦੇ ਵਿੱਚ ਬੜਾ ਚੱਲ ਰਿਹਾ ਤੇ ਕਿਉਂਕਿ ਦੂਜੇ ਪਾਸਾ ਪੱਖ ਉਹ ਦੇ ਹੀ ਨਹੀਂ ਰਹੇ। ਸੋਸ਼ਲ ਮੀਡੀਆ ਜਾਂ ਦੂਜਾ ਮੀਡੀਆ ਉਹਨੂੰ ਵੀ ਹੈ ਕਿ ਸਾਡੀ TRP ਕਿਵੇਂ ਵਧੇ, ਸਾਡੀ ਵਿਊਅਰਸ਼ਿਪ ਕਿਵੇਂ ਵਧੇ, ਸਾਨੂੰ ਵੱਧ ਤੋਂ ਵੱਧ ਲੋਕ ਜੇ ਅਸੀਂ ਤਿੱਖੀ ਗੱਲ ਕਰਾਂਗੇ ਤਾਂ ਸਾਨੂੰ ਦੇਖਣਗੇ। ਪ੍ਰਿੰਸੀਪਲ ਸੌਰੀ ਆਪਾਂ ਦੇਖੋ ਵਿੱਚੋਂ ਇਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਮੈਂ ਮੀਡੀਆ ਨਾਲ ਤੁਸੀਂ ਜੁੜੀ ਵੀ ਗੱਲ ਕਰ ਰਹੇ, ਆਪਾਂ ਦੋਨੇ ਮੀਡੀਆ ਕਰਮੀ ਹੈਗੇ ਹਾਂ। ਕਿਧਰੇ ਇਹ ਵੀ ਮੌਜੂਦਾ ਸਰਕਾਰ ਦੇ ਦੌਰਾਨ ਆਉਂਦਾ ਹੈ ਕਿ ਬਈ ਮੀਡੀਆ ਦੇ ਉੱਤੇ ਅੰਕੁਸ਼ ਲਗਾਇਆ ਜਾਂਦਾ ਹੈ, ਮੀਡੀਆ 'ਤੇ ਪਾਬੰਦੀਆਂ ਲਾਈ ਜਾਂਦੀਆਂ, ਸਾਨੂੰ ਉੱਦਾਂ ਆਜ਼ਾਦਾਨਾ ਤਰੀਕੇ ਨਾਲ ਕਵਰੇਜ ਨਹੀਂ ਕਰਨ ਦਿੱਤੀ ਜਾਂਦੀ। ਇਹ ਆਪਣੀ ਜਗ੍ਹਾ 'ਤੇ ਇੱਕ ਵੱਡਾ ਸਵਾਲ ਹੈ। ਕਿਤੇ ਲੱਗਦਾ ਕਿ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਜੇ ਫਿਰ ਸਰਕਾਰ ਦਖਲ ਦਿੰਦੀ ਹੈ ਤਾਂ ਉਸ ਮਾਮਲੇ 'ਚ ਵਾਕਈ ਜਿਹੜਾ ਹੈਗਾ ਉਹਦਾ ਪ੍ਰੋਟੈਸਟ ਜਾਂ ਵਿਰੋਧ ਹੋਣਾ ਹੀ ਚਾਹੀਦਾ। ਨਹੀਂ, ਦੇਖੋ ਦੋਵੇਂ ਗੱਲਾਂ ਨੇ। ਤੁਸੀਂ ਮੈਨੂੰ ਇਹ ਦੱਸੋ ਵੀ ਮੀਡੀਆ ਨੂੰ ਕਿਹੜੀ ਸਰਕਾਰ ਨੇ ਨਹੀਂ ਰੋਕਿਆ? ਜਿੰਨਾ ਕਿ ਕਿਸੇ ਦਾ ਵਾਹ ਲੱਗਿਆ ਹਰੇਕ ਨੇ ਰੋਕਿਆ। ਬੇਅੰਤ ਸਿੰਘ ਸਰਕਾਰ ਵੇਲੇ ਤਾਂ ਪੱਤਰਕਾਰਾਂ ਨੂੰ ਵੱਡੇ ਵੱਡੇ ਮੁਜ਼ਾਹਰੇ ਕਰਨੇ ਪਏ ਜੋ ਉਦੋਂ ਹੋਇਆ, ਤੇ ਉਸ ਤੋਂ ਬਾਅਦ ਅਕਾਲੀ ਦਲ ਵੇਲੇ ਵੀ ਇੱਦਾਂ ਹੋਇਆ। ਉਸ ਤੋਂ ਬਾਅਦ ਬਲਕਿ ਤੁਸੀਂ ਹੁਣ ਦੇਖੋ ਵਿਧਾਨ ਸਭਾ ਦੀ ਗੱਲ ਹੁਣ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ, ਸਾਨੂੰ ਪਤਾ ਹੈ ਕਿ ਵਿਧਾਨ ਸਭਾ ਦਾ ਇੱਕ ਸਿਸਟਮ ਹੈ, ਇੱਕ ਡੈਕੋਰਮ ਹੈ, ਉੱਥੋਂ ਦਾ ਇੱਕ ਪ੍ਰੋਟੋਕੋਲ ਹੈ। ਉਹਦੇ ਮੁਤਾਬਕ ਜਿਹੜੇ ਪ੍ਰੈਸ ਗੈਲਰੀ ਦੇ ਵਿੱਚ ਜਾਂਦੇ ਆ ਜਿਹੜੇ ਮੈਂਬਰ ਨੇ ਜਾਂ ਹੋਰ ਹੈ, ਉਹਨਾਂ ਨੂੰ ਸਾਰਿਆਂ ਨੂੰ ਅਕੋਮੋਡੇਟ ਕੀਤਾ ਜਾਂਦਾ ਹੈ। ਅਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਕੀ ਆਈਆਂ ਅਖਬਾਰਾਂ ਦੇ ਵਿੱਚ, ਵੱਡੀਆਂ ਵੱਡੀਆਂ ਸੋਸ਼ਲ ਮੀਡੀਆ 'ਤੇ ਆਹ ਫਲਾਂ ਅਖਬਾਰ ਦੇ ਬੰਦੇ ਨੂੰ ਨਹੀਂ ਜਾਣ ਦਿੱਤਾ ਜੀ, ਫਲਾਂ ਚੈਨਲ ਦੇ ਬੰਦੇ ਨੂੰ ਨਹੀਂ ਜਾਣ ਦਿੱਤਾ। ਅਤੇ ਉਹ ਇਸ ਕਿਸਮ ਦਾ ਤਾਂ ਕੋਈ ਲੋਕ ਸਭਾ 'ਚ ਵੀ ਹੈ ਨਹੀਂਗਾ। ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਸਿਸਟਮ ਹੈ, ਉੱਥੇ ਤਾਂ ਕੋਈ ਨਾ ਕੋਈ ਬੋਲ ਕੇ ਦਿਖਾਵੇ, ਨਾ ਕੋਈ ਚੈਨਲ ਕਦੇ ਬੋਲਦਾ ਵੀ ਸਾਨੂੰ ਉੱਥੇ ਪਾਰਲੀਮੈਂਟ 'ਚ ਨਹੀਂ ਵੜਨ ਦਿੱਤਾ। ਬਿਲਕੁਲ ਸਹੀ ਗੱਲ ਪ੍ਰਿੰਸੀਪਲ। ਜਦੋਂ ਆਪਾਂ ਨੈਸ਼ਨਲ ਲੈਵਲ ਦੀ ਗੱਲ ਕਰਦੇ, ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ, ਜਿਹੜੀ ਮੋਦੀ ਸਰਕਾਰ ਆਪਾਂ ਕਈ ਵਾਰੀ ਦੇਖਦੇ ਹਾਂ ਜਿਹੜੀ ਮੀਡੀਆ ਨੂੰ ਖੰਡ ਪਾਉਂਦੀ ਹੈ। ਪੰਜਾਬੀ ਜਿਹੜਾ ਆਪਾਂ ਬੋਲਦੇ ਹਾਂ, ਕਿੰਨਿਆਂ ਜਰਨਲਿਸਟਾਂ ਦੇ ਕੇਸ ਬਣੇ, ਕਿੰਨੇ ਜਰਨਲਿਸਟ ਜੇਲ੍ਹਾਂ ਭੁਗਤ ਰਹੇ, ਕਿਸੇ ਨੇ ਕੋਈ ਗੱਲ ਇੱਦਾਂ ਦੀ ਪ੍ਰਾਈਮ ਮਿਨਿਸਟਰ ਦੇ ਖਿਲਾਫ ਕਹਿਤੀ ਤਾਂ ਉਹਨੂੰ ਕਿਸ ਤਰੀਕੇ ਨਾਲ ਜੇਲ੍ਹ ਦੀ ਹਵਾ ਖਾਣੀ ਪਈ। ਸੋ ਇਹ ਗੱਲਾਂ ਇਹ ਨਹੀਂ ਹੈ ਕਿ ਇਕੱਲਾ ਇੱਦਾਂ ਦੀ ਗੱਲ ਹੈਗੀ ਹੈ। ਜੇ ਫਿਰ ਇਹ ਮੁਖਾਲਫਤ ਕਰਨੀ ਹੈ ਤਾਂ ਚਾਹੇ ਨੈਸ਼ਨਲ ਲੈਵਲ 'ਤੇ ਚਾਹੇ ਪੰਜਾਬ ਲੈਵਲ 'ਤੇ ਉਹ ਬਰਾਬਰ ਦੀ ਹੋਣੀ ਚਾਹੀਦੀ ਹੈ। ਮੁਖਾਲਫਤ ਦਾ ਮਤਲਬ ਹੈ ਜੇ ਸਰਕਾਰ ਵਿਰੋਧੀ ਕੋਈ ਗੱਲ ਸਾਡਾ ਕਹਿਣ ਦਾ ਇੱਕ ਹੱਕ ਬਣਦਾ ਫਿਰ ਤਾਂ ਵਾਜਬ ਗੱਲ ਹੈ। ਜੇ ਅਸੀਂ ਖਾਮਖਾਹ ਕਿਸੇ ਮੁੱਦੇ ਨੂੰ ਬਣਾਉਂਦੇ ਹਾਂ ਫਿਰ ਉਹ ਮੁੱਦਾ ਬਣਦਾ ਵੀ ਨਹੀਂ ਹੈ। ਨਹੀਂ, ਮੈਂ ਕਹਿੰਦਾ ਵੀ ਮੁਖਾਲਫਤ ਮੁੱਦਿਆਂ 'ਤੇ ਹੋਣੀ ਚਾਹੀਦੀ ਹੈ। ਕੋਈ ਵੀ ਮੀਡੀਆ ਚਾਹੇ ਕੋਈ ਵੀ ਹੈ, ਤੁਸੀਂ ਵੀ ਇੰਨਾ ਚਿਰ ਫੀਲਡ ਦੇ ਵਿੱਚ ਰਹੋ, ਮੈਂ ਵੀ ਫੀਲਡ ਦੇ ਵਿੱਚ ਕੰਮ ਕੀਤਾ। ਮੈਂ ਤਾਂ ਕਦੇ ਗਵਰਨਰ ਦੇ ਜਾਂ CM ਦੇ ਫੰਕਸ਼ਨ 'ਚ ਅੰਦਰ ਜਾ ਕੇ ਪੰਡਾਲ 'ਚ ਬਹਿ ਕੇ ਕਦੇ ਉੱਥੇ ਜਾ ਕੇ ਕੋਲਡ ਡਰਿੰਕ ਨਹੀਂ ਸੀ ਪੀਤਾ। ਮੈਂ ਤਾਂ ਸਪੀਕਰ ਤੋਂ ਰਿਪੋਰਟਿੰਗ ਕਰਕੇ ਭੇਜ ਦਿੰਦਾ ਸਾਰੀ ਬਾਹਰ ਸੁਣ ਕੇ। ਗੱਲ ਇਹ ਹੈ ਵੀ ਤੁਹਾਡੀ ਜਿਹੜੀ ਜੌਬ ਕੀ ਹੈ ਉਹ ਹੈ, ਇਹ ਨਹੀਂ ਕਿ ਤੁਸੀਂ ਉੱਥੇ ਜਾ ਕੇ ਬਰਾਬਰ ਕੁਰਸੀ ਢਾਹ ਕੇ ਬੈਠਣਾ। ਹੁਣ ਇਹ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹਉਮੈ ਦੀ ਜਿਹੜੀ ਸਮੱਸਿਆ ਹੈ, ਇਹ ਵੀ ਇੱਕ ਨਾਲ ਹੈ। ਉਸ ਇਸ਼ੂ ਦੇ ਉੱਤੇ ਲੈ ਕੇ ਮੀਡੀਆ ਦੀ ਇੱਕ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੱਥੇ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਜੇ ਸਰਕਾਰਾਂ ਵਾਕਈ ਉਹਦੇ ਉੱਤੇ ਅੰਕੁਸ਼ ਲਾਉਂਦੀਆਂ ਤਾਂ ਫਿਰ ਉਹਦਾ ਸਮੂਹਕ ਤੌਰ 'ਤੇ ਵਿਰੋਧ ਹੋਣਾ ਚਾਹੀਦਾ। ਇਹ ਨਹੀਂ ਕਿ ਉਹਨੂੰ ਵੀ ਜਿਹੜਾ ਹੈਗਾ ਪਾਟੋ ਤਾੜੀ ਹੋ ਕੇ, ਜਿਵੇਂ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, ਕੋਈ ਹੱਕ 'ਚ ਬੋਲੀ ਜਾਵੇ, ਕੋਈ ਵਿਰੋਧ 'ਚ ਬੋਲੀ ਜਾਵੇ। ਜੇ ਲੱਗਦਾ ਕਿ ਸਰਕਾਰ ਨੇ ਮੀਡੀਆ ਦੇ ਉੱਤੇ ਵਾਕਈ ਇੱਦਾਂ ਦੀ ਪਾਬੰਦੀ ਹੁੰਦੀ, ਕੋਈ ਸੁਪਰੀਮ ਕੋਰਟ ਨੇ ਵੱਡੇ ਵੱਡੇ ਫੈਸਲੇ ਗੱਲ ਕੀਤੇ ਹੈ, ਚੋਣ ਕਮਿਸ਼ਨ ਦੀ ਗੱਲ ਕੀਤੀ ਹੈ ਕਿ ਚੋਣ ਕਮਿਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਦੇਖੋ ਨਾ ਮੀਡੀਆ ਦੇ ਐਡੇ ਵੱਡੇ ਆਰਟੀਕਲ ਉਹਦੇ ਤੇ ਸੰਪਾਦਕੀ ਆਇਆ ਕਿ ਕਈਆਂ ਨੇ ਕਿਹਾ ਕਿ ਇਤਿਹਾਸਕ ਫੈਸਲਾ ਹੈ। ਇਹ ਵੀ ਤਾਂ ਮੀਡੀਆ ਹੀ ਨਾ, ਇਸ ਫੈਸਲੇ ਨੂੰ ਕਿੱਦਾਂ ਇਨਕਾਰੀ ਕੀਤਾ ਜਾ ਸਕਦਾ? ਨਹੀਂ, ਮੈਂ ਵੀ ਕਹਿਣਾ ਕਿ ਜਿਹੜਾ ਸੀ ਲੋਕਾਂ ਦੇ ਮੁੱਦੇ ਕੀ ਨੇ, ਅਸਲ ਡਿਊਟੀ CM ਦੀ ਕੀ ਹੈ, ਮੰਤਰੀਆਂ ਦੀ ਕੀ ਹੈ ਜਾਂ ਹੋਰ ਆ, ਉਹ ਉਠਾਉਣ, ਮੀਡੀਆ ਉਠਾਵੇ ਉਹਨੂੰ, ਉਹਦੇ ਤੇ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ।
ਜਦੋਂ ਪਾਰਟੀਕੂਲਰ ਇਹ ਕਹਿੰਦੇ ਆ ਕਿ ਇਹਨੂੰ ਨਹੀਂ ਜਾਣ ਦਿੱਤਾ ਜੀ, ਇਹਨੂੰ ਰੋਕ ਲਿਆ ਜੀ, ਆ ਗੋਦੀ ਮੀਡੀਆ ਜੀ, ਆ ਫਲਾਨਾ ਮੀਡੀਆ ਜੀ ਜਾਂ ਹੋਰ ਹੈ, ਉਹ ਫਿਰ ਤੁਹਾਡੇ ਵਾਲੀ ਗੱਲ ਹੈ ਕਿ ਉਹ ਆਪਸ ਦੇ ਵਿੱਚ ਪੱਟ ਧਾੜ ਵਾਲੀ ਜਿਹੜੀ ਹੈ ਉਹ ਸਿਚੁਏਸ਼ਨ ਉੱਦਾਂ ਦੀ ਹੋ ਜਾਂਦੀ ਹੈ। ਜਾਂ ਕਈ ਵਾਰੀ ਮਿੱਥ ਕੇ ਵੀ ਮੈਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ, ਮੈਂ ਤਾਂ ਇਹ ਉਹਦੇ ਖਿਲਾਫ ਬੋਲ ਰਿਹਾ, ਜਾਂ ਕੋਈ ਪੱਤਰਕਾਰ ਕਹੇ ਵੀ ਮੈਨੂੰ ਇਹ ਸੀਐਮ ਨਹੀਂ ਚੰਗਾ ਲੱਗਦਾ। ਸਮੂਹਕ ਮੁੱਦਿਆਂ ਦੀ ਜਿੱਥੇ ਗੱਲ ਹੈਗੀ ਆ ਉੱਥੇ ਕਲੈਕਟਿਵ ਜਿਹੜੀ ਰਿਸਪੌਂਸਿਬਿਲਿਟੀ ਉਹ ਬਿਲਕੁਲ ਉਹ ਤੋਂ ਭੱਜੇ ਹੋਏ ਆ ਜੀ, ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਕਹਿ ਰਹੇ ਹੋ ਪ੍ਰਿਤਪਾਲ। ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ, ਦੇਖੋ ਜੇ ਆਪਾਂ ਵਾਰ ਸਤਿਕਾਰ ਦੀ ਗੱਲ ਮੁਕੰਮਲ ਨਹੀਂ ਹੋਏਗੀ ਜੇ ਆਪਾਂ ਕਿਸਾਨਾਂ ਦੀ ਗੱਲ ਨਹੀਂ ਕਰਾਂਗੇ। ਜਿੱਦਾਂ ਪਿਛਲੇ ਦਿਨਾਂ 'ਚ ਲਗਾਤਾਰ ਮੀਡੀਆ ਦੇ 'ਚ ਰਿਪੋਰਟਸ ਆ ਰਹੀਆਂ ਕਿ ਕਿਸ ਤਰੀਕੇ ਨਾਲ ਮੌਸਮ ਜਿਹੜਾ ਹੈਗਾ ਲਗਾਤਾਰ ਗਰਮੈਸ਼ ਵੱਲ ਵੱਧ ਰਿਹਾ, ਉਹਦਾ ਸਿੱਧੇ ਤੌਰ 'ਤੇ ਜਿਹੜਾ ਪ੍ਰਭਾਵ ਹੈ ਉਹ ਫਸਲਾਂ ਦੇ ਉੱਪਰ ਪੈ ਰਿਹਾ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਕਣਕ ਦੀ ਫਸਲ ਹੈ ਪਕਾਈ ਤੱਕ ਉਹਨੂੰ ਥੋੜ੍ਹੀ ਨਮੀ ਜਾਂ ਠੰਡ ਦਾ ਮੌਸਮ ਚਾਹੀਦਾ ਹੁੰਦਾ। ਜਿੰਨੀ ਤੇਜ਼ੀ ਦੇ ਨਾਲ ਹੁਣ ਮੌਸਮ ਜਿਹੜਾ ਹੈਗਾ ਗਰਮ ਹੋ ਰਿਹਾ, ਉਹਦੇ ਨਾਲ ਲੱਗਦਾ ਕਿ ਕਣਕ ਪੱਕੇਗੀ ਵੀ ਜਲਦੀ, ਔਰ ਜੇ ਜਲਦੀ ਪੱਕਦੀ ਹੈ ਤਾਂ ਉਹਦੇ ਦਾਣੇ ਵੀ ਹਲਕੇ ਰਹਿ ਸਕਦੇ ਆ, ਪਿਚਕ ਸਕਦੇ ਆ, ਝਾੜ ਵੀ ਘਟੇਗਾ। ਕੌਮੀ ਪੱਧਰ 'ਤੇ ਨੁਕਸਾਨ ਤਾਂ ਹੋਏਗਾ ਹੀ ਹੋਏਗਾ, ਕਿਸਾਨਾਂ ਨੂੰ ਵੀ ਸਿੱਧੇ ਤੌਰ 'ਤੇ ਨੁਕਸਾਨ ਹੋਏਗਾ। ਇਸ ਮਾਮਲੇ ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਦੇਖੋ ਸਰਕਾਰਾਂ ਕੀ ਕਰਦੀਆਂ, ਬਾਅਦ ਜੇ ਕਿਤੇ ਫਲੱਡ ਆ ਜਾਂਦੇ ਆ, ਜੇ ਕੋਈ ਡਰੇਨ ਟੁੱਟ ਜਾਂਦੀ ਹੈ ਤਾਂ ਫਿਰ ਉਹਦੀ ਭਰਪਾਈ ਕਰਦੇ ਆ, ਮੁਆਵਜ਼ੇ ਦੀ ਗੱਲ ਕਰਦੇ ਆ। ਹੁਣ ਜਦੋਂ ਕਿਸਾਨ ਦੇ ਸਿਰ 'ਤੇ ਵਿਪਤਾ ਪਈ ਵੀ ਹੈ, ਆਖਰ ਕੋਈ ਮੌਸਮ ਐਸੀ ਗੱਲ ਤਾਂ ਹੈ ਨਹੀਂ ਕਿ ਅਚਾਨਕ ਗੜੇਮਾਰ ਹੋ ਗਈ। ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਗੱਲ ਆ ਰਹੀ ਹੈ ਕਿ ਮੌਸਮ ਜਿਹੜਾ ਹੈਗਾ ਗਰਮੈਸ਼ ਵੱਲ ਵੱਧ ਰਿਹਾ ਔਰ ਅਗਲੇ ਦਿਨਾਂ 'ਚ ਗਰਮੀ ਹੋਰ ਵਧੇਗੀ, ਜਿਹਦਾ ਹੋਰ ਤਾਪਮਾਨ ਜਿਹੜਾ ਹੈਗਾ ਮਨੁੱਖੀ ਜੀਵਨ ਦੇ ਉੱਤੇ ਵੀ ਅਸਰ ਪਏਗਾ। ਪਰ ਆਪਾਂ ਜਦੋਂ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਫਸਲਾਂ 'ਤੇ ਵੀ ਸਿੱਧੇ ਤੌਰ 'ਤੇ ਇਹਦਾ ਪ੍ਰਭਾਵ ਜਿਹੜਾ ਮਾੜਾ ਪ੍ਰਭਾਵ ਪੈ ਸਕਦਾ ਹੈ। ਸੋ ਇਸ ਮਾਮਲੇ 'ਤੇ ਵੀ ਪ੍ਰੀਤਮਪਾਲ ਲੱਗਦਾ ਕਿ ਸਰਕਾਰਾਂ ਨੂੰ ਕੋਈ ਨਾ ਕੋਈ ਨੀਤੀ ਤੈਅ ਕਰਨੀ ਚਾਹੀਦੀ ਆਪਣੇ ਮਾਰਾਂ ਨਾਲ, ਚਾਹੇ ਆਪਾਂ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜਾਂ ਨੈਸ਼ਨਲ ਲੈਵਲ ਦੀ ਗੱਲ ਕਰਦੇ ਹਾਂ, ਕਿ ਜੇ ਇਹੋ ਜਿਹੀ ਮਾਰ ਸਾਡੇ ਸਾਹਮਣੇ ਆ ਰਹੀ ਹੈ ਮੌਸਮ ਦੀ ਤਾਂ ਉਹਦੇ ਤੋਂ ਕਿਵੇਂ ਫਸਲਾਂ ਦਾ ਬਚਾਅ ਹੋ ਸਕਦਾ। ਜਾਣੀ ਸਾਡਾ ਖੇਤੀ ਪ੍ਰਧਾਨ ਸੂਬਾ ਹੋਵੇ, ਸਾਡਾ ਖੇਤੀ ਪ੍ਰਧਾਨ ਦੇਸ਼ ਹੋਵੇ, ਤੇ ਜਦੋਂ ਵਿਪਤਾ ਪੈਂਦੀ ਹੈ ਫਿਰ ਅਸੀਂ ਹਥਿਆਰ ਸੁੱਟ ਕੇ ਖੜੇ ਹੋ ਜਾਂਦੇ ਹਾਂ। ਨਹੀਂ ਦੇਖੋ, ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਹੁਣ ਤਾਂ ਮੌਸਮ ਦੀ ਜਿਹੜੀ ਪ੍ਰੈਡਿਕਸ਼ਨ ਹੈ ਬਹੁਤ ਪਹਿਲਾਂ ਹੋਣ ਲੱਗ ਗਈ ਹੈ। ਪਹਿਲਾਂ ਤਾਂ ਚਲੋ ਕਿਸੇ ਵੇਲੇ ਹੁੰਦਾ ਸੀ ਕਿ ਅਚਾਨਕ ਮੌਸਮ ਬਦਲ ਗਿਆ, ਝੱਖੜ ਆ ਗਿਆ ਜਾਂ ਗੜੇਮਾਰੀ ਹੋ ਗਈ, ਜਿੱਦਾਂ ਤੁਸੀਂ ਗੱਲ ਕੀਤੀ ਹੈ। ਖੇਤੀ ਜਿਹੜੇ ਮਾਹਰ ਹੈ ਹੁਣ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਕਣਕਾਂ ਨੂੰ ਖਾਸ ਕਰਕੇ ਜੇ ਆਪਾਂ ਕਣਕ ਦੀ ਗੱਲ ਕਰੀਏ, ਕਿਉਂਕਿ ਸਰੋਂ ਥੋੜ੍ਹੀ ਜਿਹੀ ਅਗੇਤੀ ਹੁੰਦੀ ਹੈ ਕਣਕ ਦੇ ਨਾਲੋਂ, ਤੇ ਕਿ ਉਹਨੂੰ ਪਾਣੀ ਦਿਓ, ਕਿਉਂਕਿ ਜੇ ਰਾਤ ਦਾ ਤਾਪਮਾਨ ਵੀ ਤੁਸੀਂ ਉਹਦਾ ਬਰਕਰਾਰ ਰੱਖ ਸਕਦੇ ਹੋ ਜਿੰਨਾ ਠੰਡਾ ਚਾਹੀਦਾ ਹੈ ਦਾਣੇ ਨੂੰ, ਜਿਹੜਾ ਸੀਗਾ ਬੂਝਾ ਮਾਰਨ ਤੋਂ ਬਾਅਦ ਦਾਣੇ ਨੂੰ ਦਾਣਾ ਬਣਨ ਵਾਸਤੇ, ਜਿੱਦਾਂ ਤੁਸੀਂ ਸ਼ੁਰੂ 'ਚ ਕਹਿ ਕਿ ਜੇ ਇੱਕਦਮ ਗਰਮੀ ਵੱਧ ਜੇ ਤਾਂ ਜਿਹੜੇ ਦਾਣੇ ਆ ਉਹ ਪਿਚਕ ਜਾਂਦੇ ਨੇਗੇ ਤੇ ਕਮਜ਼ੋਰ ਰਹਿ ਜਾਂਦੇ ਨੇ ਦਾਣੇ। ਤੇ ਹੁਣ ਉਹਦੇ ਲਈ ਕੀ ਹੈ, ਇੱਕ ਪਾਸੇ ਨਹਿਰੀ ਮਹਿਕਮੇ ਦਾ ਸ਼ਡਿਊਲ ਹੈ। ਨਹਿਰੀ ਮਹਿਕਮੇ ਦਾ ਸ਼ਡਿਊਲ ਇਹ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਸੰਬਰ ਤੋਂ ਲੈ ਕੇ ਜਨਵਰੀ ਜਿਹੜਾ ਹੈਗਾ ਫਰਵਰੀ, ਇਸ ਦੇ ਦੌਰਾਨ ਜਿਹੜੀ ਨਹਿਰੀ ਜਿਹੜੀ ਹੈਗੀ ਬੰਦੀ ਹੋ ਜਾਂਦੀ ਹੈ। ਨਹਿਰਾਂ ਦੀ ਲਾਈਨਿੰਗ ਕਰਨ ਵਾਸਤੇ, ਮੁਰੰਮਤ ਵਾਸਤੇ ਨਹਿਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਤੇ ਹੁਣ ਜੇ ਤੁਹਾਨੂੰ ਪਤਾ ਹੈ ਕਿ ਪਹਿਲਾਂ ਸਾਨੂੰ ਪਾਣੀ ਦੀ ਲੋੜ ਪੈ ਸਕਦੀ ਹੈ, ਤੇ ਪਹਿਲਾਂ ਹੀ ਵਾਰ-ਵਾਰ ਸਾਡੇ ਸਾਰੇ ਲੀਡਰ ਪੋਲੀਟੀਕਲ ਕਹਿ ਰਹੇ ਆ, ਐਕਸਪਰਟ ਕਹਿ ਰਹੇ ਆ, ਮੁੱਖ ਮੰਤਰੀ ਕਹਿ ਰਹੇ ਆ ਕਿ ਧਰਤੀ ਹੇਠਲਾ ਪਾਣੀ ਸਾਡਾ ਘਟ ਰਿਹਾ। ਤੇ ਹੁਣ ਜਦੋਂ ਅਚਾਨਕ ਫਿਰ ਅਸੀਂ ਫਿਰ ਟਿਊਬਵੈੱਲਾਂ 'ਤੇ ਡਿਪੈਂਡ ਹੋ ਜਾਵਾਂਗੇ ਕਿ ਕਣਕ ਨੂੰ ਲਗਾਤਾਰ ਪਾਣੀ ਚਾਹੀਦਾ ਉਹਦਾ ਟੈਂਪਰੇਚਰ ਬਰਕਰਾਰ ਰੱਖਣ ਵਾਸਤੇ। ਮੈਂ ਸਮਝਦਾ ਕਿ ਉਹ ਜਿਹੜਾ ਸੀ ਉਹਨੂੰ ਅੱਗੇ ਪਾ ਦੇਣਾ ਚਾਹੀਦਾ, ਜਾਂ ਉਹਦੀ ਮੁਰੰਮਤ ਦਾ ਕੰਮ ਜਾਂ ਹੋਰ ਹੈ। ਪਾਣੀ ਜਿਹੜਾ ਨਹਿਰੀ ਪਾਣੀ ਪੰਜਾਬ ਦੇ ਖਾਸ ਕਰਕੇ ਜਿਹੜਾ ਮਾਲਵਾ ਖਿੱਤਾ ਹੈ ਉਹਦੇ ਵਿੱਚ ਤਾਂ ਜਿਹੜੀ ਹੈ ਬਹੁਤੀਆਂ ਜ਼ਮੀਨਾਂ ਜਿਹੜੀਆਂ ਨਹਿਰੀ ਪਾਣੀ ਨਾਲ ਜਿਹੜੀਆਂ ਸਿੰਜਾਈ ਜਿਹੜੀ ਨਹਿਰੀ ਪਾਣੀ ਤੋਂ ਲੈਂਦੀਆਂ ਨੇ। ਤੇ ਜੇ ਹੁਣ ਨਹਿਰਾਂ ਬੰਦ ਨੇ ਤਾਂ ਉਹ ਇਸ ਪਾਸੇ ਵੀ ਜਿਹੜਾ ਸੀ, ਮੈਂ ਸਮਝਦਾ ਕਿ ਇੱਕ ਤਾਲਮੇਲ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ, ਬਹੁਤ ਵੱਡੀ ਘਾਟ ਹੈ। ਹਾਂਜੀ, ਉਹ ਤਾਲਮੇਲ ਸਾਡੇ ਕਿਤੇ ਨਜ਼ਰ ਨਹੀਂ ਆਉਂਦਾ। ਖੇਤੀਬਾੜੀ ਯੂਨੀਵਰਸਿਟੀ ਦੇ ਐਕਸਪਰਟ ਕੁਝ ਹੋਰ ਕਹਿੰਦੇ ਆ, ਖੇਤੀ ਮਹਿਕਮੇ ਵਾਲੇ ਕੁਝ ਹੋਰ ਕਹਿੰਦੇ ਆ, ਨਹਿਰੀ ਮਹਿਕਮੇ ਵਾਲੇ ਕਹਿੰਦੇ ਕਿ ਨਹੀਂ ਅਜੇ ਅਸੀਂ ਪਾਣੀ ਨਹੀਂ ਛੱਡ ਸਕਦੇ। ਤੇ ਫਿਰ ਹੋਰ ਇਹਦੇ ਨਾਲ ਜਿਹੜੇ ਹੋਰ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਅੱਗੇ ਆ ਜਾਂਦੀਆਂ ਨੇ। ਬਿਲਕੁਲ ਇਹ ਗੱਲ ਸਹੀ ਹੈ ਕਿ ਗਲੋਬਲ ਵਾਰਮਿੰਗ ਜਿਸ ਤਰੀਕੇ ਨਾਲ ਵੱਧ ਰਹੀ ਹੈ, ਤੇ ਪੰਜਾਬ ਦਾ ਖਾਸ ਕਰਕੇ ਪਿਛਲੇ ਆਪਾਂ 10-15 ਸਾਲ ਤੋਂ ਦੇਖ ਰਹੇ ਹਾਂ ਕਿ ਲਗਾਤਾਰ ਜਿਹੜਾ ਸੀ ਪਹਿਲਾਂ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ, ਕੋਈ ਪਹਿਲੀ ਵਾਰੀ ਨਹੀਂ ਹੋਇਆ ਇਸ ਵਾਰੀ। ਤੇ ਉਹਦੇ ਲਈ ਜਿਹੜਾ ਹੈਗਾ ਕੋਈ ਸ਼ਡਿਊਲ ਬਜਾਈ ਦਾ ਪਹਿਲਾਂ ਤੋਂ ਤਿਆਰੀ ਹੋਣੀ ਚਾਹੀਦੀ ਹੈ। ਮਿਹਰਬਾਨੀ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਵਾਰ ਫਿਰ ਅਗਲੇ ਹਫ਼ਤੇ ਆਪਾਂ ਪੰਜਾਬ ਤੇ ਦੇਸ਼ ਭਰ ਤੇ ਦੁਨੀਆ ਭਰ ਦੇ ਮੁੱਦਿਆਂ ਨੂੰ ਲੈ ਕੇ ਤੁਹਾਡੀ ਕਚਹਿਰੀ 'ਚ ਹੋਵਾਂਗੇ ਹਾਜ਼ਰ। ਮੈਨੂੰ ਜਾਣੀ ਕਿ ਜਗਤਾਰ ਸਿੰਘ ਸਿੱਧੂ ਤੇ ਪ੍ਰੀਤਮਪਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।